ਪ੍ਰਾਈਮ ਡਿਬੇਟ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਉੱਤਰੀ ਅਮਰੀਕਾ ਵਿੱਚ ਗਲੋਬਲ ਪੰਜਾਬ ਅਤੇ ਯੂਰਪ ਵਿੱਚ ਸੰਗਤ ਟੈਲੀਵਿਜ਼ਨ ਦੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ। ਖੁਰਾਕ ਸੁਰੱਖਿਆ ਵਾਲਾ ਕਾਨੂੰਨ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕੇਂਦਰ ਸਰਕਾਰ ਨੇ ਖੁਰਾਕ ਸੁਰੱਖਿਆ ਆਰਡੀਨੈਂਸ ਪਾਸ ਕਰ ਦਿੱਤਾ ਹੈ, ਜਿਸ ਨੂੰ ਪਾਰਲੀਮੈਂਟ ਵਿੱਚੋਂ ਪਾਸ ਕਰਕੇ ਖੁਰਾਕ ਸੁਰੱਖਿਆ ਬਿੱਲ ਦਾ ਰੂਪ ਦਿੱਤਾ ਜਾਣਾ ਹੈ। ਇਹ ਬਿੱਲ ਅੱਜ ਪੇਸ਼ ਹੋਣਾ ਸੀ, ਪਰ ਕੋਇਲਾ ਘਪਲੇ ਦੀਆਂ ਲਾਪਤਾ ਮਿਸਲਾਂ ਦਾ ਮਸਲਾ ਭਾਜਪਾ ਨੇ ਚੁੱਕ ਲਿਆ। ਕੋਇਲਾ ਘਪਲੇ ਦੀਆਂ ਲਾਪਤਾ ਫਾਈਲਾਂ ਤਾਂ ਨਹੀਂ ਮਿਲੀਆਂ, ਪਰ ਖੁਰਾਕ ਸੁਰੱਖਿਆ ਬਿੱਲ ਇੱਕ ਦਿਨ ਲਈ ਮੁੜ ਕੇ ਲਾਪਤਾ ਜ਼ਰੂਰ ਹੋ ਗਿਆ। ਖੁਰਾਕ ਸੁਰੱਖਿਆ ਕਾਨੂੰਨ ਪਾਸ ਹੋਣ ਤੋਂ ਪਹਿਲਾਂ ਇਸ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦੁਨੀਆ ਦੀ ਇਸ ਤਰ੍ਹਾਂ ਦੀ ਸਭ ਤੋਂ ਵੱਡੀ ਯੋਜਨਾ ਹੈ। ਇਸ ਕਾਨੂੰਨ ਤਹਿਤ ਸਾਡੇ ਮੁਲਕ ਦੀ 67% ਦੀ ਆਬਾਦੀ ਨੂੰ ਪ੍ਰਤੀ ਮਹੀਨਾ 5 ਕਿਲੋ ਰਾਸ਼ਨ ਦਿੱਤਾ ਜਾਏਗਾ। मतलब कि हर साल 6 करोड़ 20 लाख टन अनाज इस योजना तहत 1 ਤੋਂ 3 रुपए प्रति किलो की कीमत उत्ते वंडिया जाएगा। सरकारी अंकड़ियां मुताबक इस कानून नूं लागू करन लई 1.25 लाख करोड़ रुपए का खर्चा आएगा। जदों सस्ते आटा दाल वालियां बाकी योजनावां नूं जोड़िया जाएगा तां इह रकम इन्नी वड्डी नहीं रहेगी। हुण तक चल रहीआं योजनावां समेत ही 67% ਦੀ ਆਬਾਦੀ ਨੂੰ ਇਸ ਘੇਰੇ ਵਿੱਚ ਲਿਆਂਦਾ ਜਾਣਾ ਹੈ। ਚਾਲੂ ਯੋਜਨਾਵਾਂ ਤੋਂ ਬਾਅਦ ਨਵੇਂ ਕਾਨੂੰਨ ਨੂੰ ਲਾਗੂ ਕਰਨ ਲਈ 23,800 ਕਰੋੜ ਰੁਪਏ ਦਾ ਵਾਧੂ ਖਰਚ ਹੋਵੇਗਾ। ਮੌਜੂਦਾ ਕੇਂਦਰੀ ਸਰਕਾਰ ਇਸ ਕਾਨੂੰਨ ਬਾਰੇ ਲਗਾਤਾਰ ਗੱਲ ਕਰ ਰਹੀ ਹੈ। ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਇਸ ਯੋਜਨਾ ਦਾ ਚਿਹਰਾ ਮੂਰਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਕਿ ਇਹ ਉਹਨਾਂ ਦੀ ਫਲੈਗਸ਼ਿਪ ਯੋਜਨਾ ਹੈ। ਪਾਰਲੀਮੈਂਟ ਵਿੱਚ ਹੁੰਦੇ ਲਗਾਤਾਰ ਸ਼ੋਰ ਸ਼ਰਾਬੇ ਕਾਰਨ ਇਸ ਬਿੱਲ ਨੂੰ ਪੇਸ਼ ਤੱਕ ਨਹੀਂ ਕੀਤਾ ਜਾ ਸਕਿਆ। ਭਾਜਪਾ ਇਸ ਨੂੰ ਮੱਧ ਪ੍ਰਦੇਸ਼ ਦੀ ਤਰਜ਼ ਉੱਤੇ ਸੋਧ ਕੇ ਲਾਗੂ ਕਰਨ ਦੀ ਵਕਾਲਤ ਕਰ ਰਹੀ ਹੈ। ਕੁਝ ਸੋਧਾਂ ਦੀ ਸ਼ਰਤ ਉੱਤੇ ਬਸਪਾ ਅਤੇ ਸਪਾ ਵੀ ਇਸ ਦੇ ਪੱਖ ਵਿੱਚ ਨੇ। ਕੁੱਲ ਮਿਲਾ ਕੇ 260 ਸੋਧਾਂ ਦੀ ਤਜਵੀਜ਼ ਕੇਂਦਰ ਸਰਕਾਰ ਕੋਲ ਪਹੁੰਚ ਚੁੱਕੀ ਹੈ। ਸੋਧਾਂ ਪੇਸ਼ ਕਰਨ ਵਾਲੀਆਂ ਪਾਰਟੀਆਂ ਵਿੱਚ ਤਕਰੀਬਨ ਸਾਰੀਆਂ ਖੇਤਰੀ ਪਾਰਟੀਆਂ ਸ਼ਾਮਲ ਨੇ। ਅੱਜ ਭਾਜਪਾ ਨੇ ਪਾਰਲੀਮੈਂਟ ਵਿੱਚ ਕੋਇਲਾ ਘਪਲੇ ਦੀਆਂ ਲਾਪਤਾ ਮਿਸਲਾਂ ਦਾ ਸਵਾਲ ਖੜਾ ਕੀਤਾ ਤਾਂ ਸ਼ੋਰ ਸ਼ਰਾਬੇ ਵਿੱਚ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਮੌਜੂਦਾ ਹਾਲਾਤ ਵਿੱਚ ਬਹੁਤ ਸਾਰੇ ਮੁੱਦਿਆਂ ਨਾਲ ਪਾਰਲੀਮੈਂਟ ਵਿੱਚ ਸ਼ੋਰ ਸ਼ਰਾਬਾ ਕੀਤਾ ਜਾ ਸਕਦਾ ਹੈ। ਕਾਂਗਰਸ ਇਸ ਕਾਨੂੰਨ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਲਈ ਆਪਣਾ ਜਿੱਤ ਦਾ ਮੰਤਰ ਮੰਨਦੀ ਹੈ। ਵਿਰੋਧੀ ਪਾਰਟੀਆਂ ਇਸ ਬਿੱਲ ਨੂੰ ਪਾਸ ਕਰਨਾ ਤਾਂ ਚਾਹੁੰਦੀਆਂ ਹਨ, ਪਰ ਇਸ ਦਾ ਸਿਹਰਾ ਸਿਰਫ ਕਾਂਗਰਸ ਨੂੰ ਹੀ ਨਹੀਂ ਲੈਣ ਦੇਣਾ ਚਾਹੁੰਦੀਆਂ। ਹੁਣ ਸਵਾਲ ਇਹੋ ਹੈ ਕਿ ਅਨ ਸੁਰੱਖਿਆ ਅਤੇ ਸਿਆਸੀ ਪਾਰਟੀਆਂ ਦੀ ਮਨਸ਼ਾ ਪੂਰਤੀ ਦਾ ਸੁਮੇਲ ਕਿਵੇਂ ਹੋ ਸਕਦਾ ਹੈ। ਭਾਜਪਾ ਮੁਲਕ ਦੀ ਸੁਰੱਖਿਆ ਬਾਰੇ ਹਮੇਸ਼ਾ ਚਿੰਤਾ ਜ਼ਾਹਰ ਕਰਦੀ ਹੈ, ਪਰ ਸ਼ਾਇਦ ਅਨ ਸੁਰੱਖਿਆ ਨੂੰ ਮੁਲਕ ਦੀ ਸੁਰੱਖਿਆ ਦਾ ਅਹਿਮ ਤੱਤ ਨਹੀਂ ਮੰਨਦੀ। ਕਾਂਗਰਸ ਲਈ ਵੀ ਇਹ ਮਸਲਾ ਚੋਣ ਜਿੱਤਣ ਦਾ ਮੰਤਰ ਮਾਤਰ ਜਾਪਦਾ ਹੈ। ਜਿਸ ਮੁਲਕ ਦੀ 2/3 ਆਬਾਦੀ ਰੋਟੀ ਤੋਂ ਮੁਹਤਾਜ ਹੋਵੇ, ਉਸ ਦੀ ਸੁਰੱਖਿਆ ਨੂੰ ਇਸ ਤੋਂ ਵੱਡਾ ਖਤਰਾ ਕੀ ਹੋ ਸਕਦਾ ਹੈ। ਖੈਰ, ਖੁਰਾਕ ਸੁਰੱਖਿਆ ਬਿੱਲ ਦੀ ਹੋਣੀ ਸਿਆਸੀ ਪਾਰਟੀਆਂ ਦੇ ਰਹਿਮੋ ਕਰਮ ਉੱਤੇ ਅਟਕੀ ਹੋਈ ਹੈ। ਜੇ ਸਿਆਸੀ ਪਾਰਟੀਆਂ ਨੇ ਕਾਨੂੰਨ ਪਾਸ ਕਰ ਦਿੱਤਾ ਤਾਂ ਕੀ ਇਹ ਭੁੱਖਮਰੀ ਅਤੇ ਕੁਪੋਸ਼ਣ ਦਾ ਖਾਤਮਾ ਕਰ ਸਕੇਗਾ ਜਾਂ ਨਹੀਂ। ਇਹਨਾਂ ਮਸਲਿਆਂ ਉੱਤੇ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਡਾਕਟਰ ਪਿਆਰੇ ਲਾਲ ਗਰਗ, ਜੋ ਸਮਾਜਿਕ ਕਾਰਕੁਨ ਨੇ, ਰਤਨ ਲਾਲ ਕਟਾਰੀਆ, ਜੋ ਭਾਜਪਾ ਦੇ ਆਗੂ ਨੇ, ਰਾਜੀਵ ਗੋਦਾਰਾ, ਜੋ ਆਮ ਆਦਮੀ ਪਾਰਟੀ ਦੇ ਆਗੂ ਨੇ। ਤੁਹਾਡਾ ਸਾਰਿਆਂ ਦਾ ਅੱਜ ਦੀ ਚਰਚਾ 'ਚ ਸਵਾਗਤ ਹੈ। ਗਰਗ ਸਾਹਿਬ, ਮੈਂ ਤੁਹਾਤੋਂ ਇਹ ਪੁੱਛਣਾ ਚਾਹਾਂਗਾ ਕਿ ਇਸ ਵੇਲੇ ਸਿਆਸੀ ਪਾਰਟੀਆਂ ਕੀ ਕਰ ਰਹੇ ਨੇ, ਉਹਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਜਿਹੜੀ ਇਹ ਯੋਜਨਾ ਹੈ ਇਸ ਕਾਨੂੰਨ ਤਹਿਤ, ਉਹਦੀ ਕੀ ਅਹਿਮੀਅਤ ਹੈ ਸਾਡੇ ਮੁਲਕ ਲਈ, ਜਰਾ ਇਹਦੇ ਬਾਰੇ ਦੱਸਿਓ। ਦੇਖੋ, ਅੱਜ ਜੇ ਅਸੀਂ ਦੇਖੀਏ 66 ਸਾਲਾਂ ਬਾਅਦ ਸਾਡੇ ਮੁਲਕ ਦੇ ਵਿੱਚ ਸਰਕਾਰ ਦੇ ਆਪਦੇ ਅੰਕੜੇ 22% ਲੋਕ ਜਿਹੜੇ ਨੇ ਉਹ ਕੁਪੋਸ਼ਣ ਦਾ ਸ਼ਿਕਾਰ ਨੇ ਜੀ। 33% ਔਰਤਾਂ ਉਹ ਕੁਪੋਸ਼ਣ ਦਾ ਸ਼ਿਕਾਰ ਨੇ। 40% ਬੱਚੇ ਜੀ ਜਿਹੜੇ ਨੇ 3 ਸਾਲ ਤੋਂ 6 ਸਾਲ ਤੱਕ ਦੇ ਉਹ ਨੀਵੀਂ ਤੇ ਕੁਪੋਸ਼ਣ ਦਾ ਸ਼ਿਕਾਰ ਨੇ ਜੀ। 80% ਬੱਚੇ, ਤਕਰੀਬਨ 78.9% ਬੱਚੇ ਜਿਹੜੇ 0 ਤੋਂ 3 ਸਾਲ ਦੇ ਨੇ ਉਹ ਕੁਪੋਸ਼ਣ ਦਾ ਸ਼ਿਕਾਰ ਨੇ ਜੀ। ਐਡਾ ਵੱਡਾ ਕੁਪੋਸ਼ਣ ਦਾ ਸ਼ਿਕਾਰ ਹੋਣ ਨਾਲ ਬਿਮਾਰੀਆਂ, ਸਿਹਤ ਤੇ ਸਰਕਾਰ, ਇਹ ਜਿਹੜੇ ਨੈਸ਼ਨਲ ਫੈਮਿਲੀ ਹੈਲਥ ਸਰਵੇ ਦੇ ਅੰਕੜੇ ਨੇ, ਹਾਂ, ਜਿਹੜੇ ਮੈਂ ਬੋਲ ਰਿਹਾ ਜੀ। ਤੇ ਇਹ ਜਿਹੜੀਆਂ ਸਾਰੀਆਂ ਤਕਲੀਫਾਂ ਪੈਦਾ ਹੁੰਦੀਆਂ ਨੇ ਕਿ ਸਿਹਤ ਮਾੜੀ ਹੁੰਦੀ ਹੈ, ਬਿਮਾਰ ਹੁੰਦੇ ਨੇ, ਕੰਮ ਦੇ ਘੰਟੇ, ਇਹ ਅਰਥਚਾਰੇ 'ਤੇ ਵੀ ਮਾੜਾ ਅਸਰ ਪਾਉਂਦੀਆਂ ਨੇ। ਤੇ ਤੁਸੀਂ ਠੀਕ ਕਿਹਾ, ਇਹ ਦੇਸ਼ ਦੀ ਸੁਰੱਖਿਆ ਸਭ ਤੋਂ ਵੱਡਾ ਕੇਂਦਰ ਬਣਦੇ ਨੇ ਜਿਹੜੇ ਭੁੱਖੇ ਮਰਦੇ ਲੋਕ ਨੇ ਜੀ। ਪਰ ਜਦ ਅਸੀਂ ਇਸ ਬਿੱਲ ਨੂੰ ਦੇਖਦੇ ਹਾਂ, ਇਹਦੇ ਵਿੱਚ ਕੋਸ਼ਿਸ਼ ਕਰੀ ਗਈ ਆ, ਭਾਵੇਂ ਇਹਦੇ ਦੋ ਹੀ ਪੱਖ ਹੈਗੇ ਨੇ, ਪੋਜ਼ੀਟਿਵ ਤੇ ਨੈਗੇਟਿਵ। ਮੈਂ ਇਹਨੂੰ ਸਿਰਫ ਸਿਹਤ ਦੇ ਐਂਗਲ ਤੋਂ ਜ਼ਿਆਦਾ ਦੇਖਾਂਗਾ, ਸਿਆਸੀ ਐਂਗਲ ਤੋਂ ਦੇਖਣ ਦੀ ਬਜਾਏ, ਕਿ ਇਹਦਾ ਇੱਕ ਹਾਂ ਪੱਖੀ ਪੱਖ ਇਹ ਹੈ ਕਿ 67% ਆਬਾਦੀ ਨੂੰ ਇਹਨਾਂ ਨੇ ਕਿਹਾ ਕਿ ਅਸੀਂ ਇੱਕ ਡੰਗ ਦਾ ਭੋਜਨ ਜੀ, ਤਾਂ ਉਹਦੇ ਵਿੱਚੋਂ ਕੁਝ ਬੱਚਿਆਂ ਨੂੰ, ਮਹਿਲਾਵਾਂ ਨੂੰ, ਉਹਨਾਂ ਨੂੰ ਦੇਣਾ, ਤੇ ਨਹੀਂ ਤਾਂ ਅੰਤੋਦਿਆ ਵਾਲਿਆਂ ਨੂੰ 35 ਕਿਲੋ ਤੇ ਦੂਜਿਆਂ ਨੂੰ 5 ਕਿਲੋ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਅਨਾਜ ਦਿੱਤਾ ਜਾਏਗਾ। ਪਰ ਜੇ ਅਸੀਂ ਉਸ ਅਨਾਜ ਦੀ ਦੇਖੀਏ ਵੀ 5 ਕਿਲੋ ਨਾਲ ਕੀ ਸਰਦਾ ਹੈ, ਤਾਂ ਉਹ ਅਨਾਜ ਪੂਰਾ ਨਹੀਂ ਹੈ। ਬੰਦੇ ਨੂੰ ਮੰਡੀ 'ਚੋਂ ਫਿਰ 1/3 ਅਨਾਜ ਹੋਰ ਖਰੀਦਣਾ ਪਏਗਾ। ਇੱਕ ਬੰਦੇ ਨੂੰ ਤਕਰੀਬਨ 9 ਕਿਲੋ ਅਨਾਜ ਚਾਹੀਦਾ ਹੈ, 9 ਤੋਂ 10 ਕਿਲੋ ਰੋਜ਼ ਦਾ,
ਤੇ ਜੇ ਉਹਨੂੰ 5 ਕਿਲੋ ਮਿਲੇ 9 ਤੋਂ 10 ਕਿਲੋ ਮਹੀਨੇ ਦਾ ਜੀ। ਜੇ ਉਹਨੂੰ 5 ਕਿਲੋ ਮਿਲੇਗਾ ਤੇ ਫਿਰ ਅੱਧਾ ਤਾਂ ਖਰੀਦਣਾ ਪਏਗਾ ਜੀ। ਇੱਕ ਤਾਂ ਇਹ ਗੱਲ। ਦੂਜੀ ਗੱਲ ਇਹ ਹੈ ਵੀ ਇਹਨਾਂ ਨੇ ਇੱਕ ਸ਼ਡਿਊਲ ਟੂਲ ਆਇਆ ਇਹਦੇ 'ਚ ਜੀ। 2 ਨੰਬਰ ਸ਼ਡਿਊਲ ਦੇ ਵਿੱਚ ਜਿਹੜਾ ਦਿੱਤਾ ਹੈ ਸੰਤੁਲਿਤ ਭੋਜਨ ਦੀ ਗੱਲ ਕਰੀਏ ਬਿੱਲ ਦੇ ਵਿੱਚ ਕਿ ਅਸੀਂ ਸੰਤੁਲਿਤ ਭੋਜਨ ਦੇਵਾਂਗੇ, ਪਰ ਦੇਣ ਵੇਲੇ ਜਾਂ ਤਾਂ ਇਹਨਾਂ ਨੇ ਕੋਈ ਮਾਹਰਾਂ ਦੀ ਰਾਏ ਨਹੀਂ ਲਈ ਜੀ। ਜਿਸ ਵੇਲੇ ਇਹ 500 ਕਲੋਰੀਆਂ ਦਿੰਦੇ ਨੇ 500 ਕਲੋਰੀਆਂ 125 ਗ੍ਰਾਮ ਅਨਾਜ ਦੇ ਵਿੱਚ ਆਉਣੀਆਂ ਨੇ, ਜੀ। ਉਹਦੇ ਵਿੱਚ 20% ਤੋਂ ਲੈ ਕੇ 25% ਪ੍ਰੋਟੀਨ ਚਾਹੀਦੀ ਹੈ, ਜੀ। ਪਰ ਇਹ ਕਹਿੰਦੇ ਅਸੀਂ ਦੇਵਾਂਗੇ 15 ਗ੍ਰਾਮ ਪ੍ਰੋਟੀਨ ਸਾਰੀ ਉਹ 500 ਕਲੋਰੀਆਂ ਵਾਸਤੇ। ਜੀ। 125 ਗ੍ਰਾਮ ਜੇ 15 ਗ੍ਰਾਮ ਪ੍ਰੋਟੀਨ ਦੇਣਗੇ, ਜੇ 700 ਕਲੋਰੀਆਂ ਦੇ ਵਿੱਚ 20 ਗ੍ਰਾਮ ਪ੍ਰੋਟੀਨ ਦੇਣਗੇ, ਜੇ 800 ਕਲੋਰੀਆਂ ਦੇ ਵਿੱਚ 22 ਗ੍ਰਾਮ ਪ੍ਰੋਟੀਨ ਦੇਣਗੇ, ਤਾਂ ਇਹ ਆਪਣੇ ਆਪ ਹੀ ਕੁਪੋਸ਼ਣ ਦਾ ਸਾਧਨ ਬਣਦਾ ਹੈ, ਕਿਉਂਕਿ ਜਿਹੜਾ ਪ੍ਰੋਟੀਨ ਦਾ ਮਾਲ ਨਿਊਟ੍ਰੀਸ਼ਨ ਹੈ, ਜੀ। ਪ੍ਰੋਟੀਨ ਦਾ ਕੁਪੋਸ਼ਣ ਹੈ, ਇਹ ਮੁਲਕ 'ਚ ਬਹੁਤ ਜ਼ਿਆਦਾ ਹੈ। ਅਜੇ ਮੈਂ ਬਾਕੀ ਕੁਪੋਸ਼ਣ ਜਿਹੜਾ ਚੱਲਦਾ ਹੈ ਉਹਦੀ ਗੱਲ ਬਿਲਕੁਲ ਨਹੀਂ ਕਰ ਰਿਹਾ। ਇੱਕ ਤਾਂ ਇਹਦਾ ਇਹ ਪੱਖ ਹੈ। ਦੂਜਾ ਪੱਖ ਇਹ ਹੈ ਵੀ ਕਿਉਂਕਿ ਇਹਦਾ ਡਿਸਟ੍ਰੀਬਿਊਸ਼ਨ ਲੋਕਾਂ ਨੂੰ ਹੁਣ ਵੀ ਬੜਾ, ਹੁਣ ਜੇ ਅਸੀਂ ਦੇਖੀਏ ਅੱਜ ਪੂਰੇ ਮੁਲਕ ਦੇ ਵਿੱਚ ਜਿੰਨੇ ਘਰ ਨੇ 24.7 ਕਰੋੜ ਘਰ ਨੇ ਸੈਂਸਸ ਦੇ ਮੁਤਾਬਕ ਜੀ, ਉਹਨਾਂ ਦੇ 24.3 ਕਰੋੜ ਘਰਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹਨਾਂ ਨੇ ਅਨਾਜ ਸੁਰੱਖਿਆ 'ਚ ਰਹਿੰਦਾ ਹੋਇਆ ਜੀ। ਕਿ ਪਰ ਜੇ ਇੰਨੇ ਘਰ ਤਾਂ ਅਨਾਜ ਸੁਰੱਖਿਆ 'ਚ ਹੈ ਨਹੀਂ, ਇੱਥੇ ਚੰਡੀਗੜ੍ਹ 'ਚ ਗਿਣੋ, ਪੰਜਾਬ 'ਚ ਗਿਣੋ, ਕਿੰਨੇ ਨੇ ਉਹ ਅਨਾਜ ਲੈ ਰਹੇ ਨੇ, ਇਹਦਾ ਮਤਲਬ ਕਿਤੇ ਨਾ ਕਿਤੇ ਸਾਈਫਨ ਆਫ ਹੋ ਰਿਹਾ ਹੈ। ਤੇ ਉਹਦੇ ਸਾਧਨ ਵਾਸਤੇ ਇਹਨਾਂ ਨੇ ਕੋਸ਼ਿਸ਼ ਤਾਂ ਕਰੀ ਇਹਦੇ ਵਿੱਚ, ਪਰ ਮੈਨੂੰ ਇਹਦੇ ਵਿੱਚ ਇੱਕ ਇਹ ਵੀ ਡਰ ਹੈ ਜਿੱਦਾਂ ਦੇ ਬਿਊਰੋਕਰੈਟਿਕ ਇਹਦੇ 'ਚ ਸਟਾਈਲ ਬਣਾਏ ਗਏ ਨੇ ਤੇ ਜਿੱਦਾਂ ਸਟੇਟਾਂ ਦਾ ਇਹਦੇ ਵਿੱਚੋਂ ਰਹਿਣਾ ਹੈ ਜੀ, ਸਟੇਟ ਸੈਂਟਰ ਦੀ ਮੈਂ ਸਿਆਸਤ ਨਾ ਜਾਂਦਾ ਹੋਇਆ ਕਿ ਸਟੇਟ ਤੇ ਸੈਂਟਰ ਦਾ ਰਿਲੇਸ਼ਨਸ਼ਿਪ ਕੀ ਹੋਵੇ, ਇਹਦੇ ਵਿੱਚ ਵੱਡੀ ਗੱਲ ਇਹ ਹੈ ਵੀ ਇਹ ਲੂਪ ਹੋਲ ਕਿਵੇਂ ਪਲੱਗ ਕਰਨਗੇ। ਕੋਸ਼ਿਸ਼ ਕਰੀਏ ਵੀ ਅਸੀਂ ਟਰਾਂਸਪੇਰੈਂਟ ਬਣਾ ਦਾਂਗੇ ਜੀ, ਅਸੀਂ ਉਹਦੇ ਤੇ ਨੈਟ ਤੇ ਪਾ ਦਾਂਗੇ ਜੀ, ਇਹਦੇ ਨਾਲ ਪਰ ਲੋਕਾਂ ਨੂੰ ਸੁਰੱਖਿਆ ਮਿਲੇਗੀ। ਇੱਕ ਤਾਂ ਇਹ ਪੱਖ ਹੈ। ਦੂਜਾ ਪੱਖ ਇਹ ਹੈ ਕਿ ਅਨਾਜ, ਇਕੱਲੇ ਅਨਾਜ ਨਾਲ ਕੁਪੋਸ਼ਣ ਨਹੀਂ ਹੁੰਦਾ, ਵਿਟਾਮਿਨ, ਮਿਨਰਲ, ਉਹਨਾਂ ਦੀ ਘਾਟ ਕਰਕੇ ਅੰਦਰਾਤਾ, ਹੋਰ ਬਿਮਾਰੀਆਂ, ਕੈਲਸ਼ੀਅਮ ਦੀ ਘਾਟ ਕਰਕੇ ਹੱਡੀਆਂ ਦਾ ਝੁਰਨਾ, ਇਹ ਬਹੁਤ ਸਾਰੀਆਂ ਹੋਰ ਬਿਮਾਰੀਆਂ ਵੀ ਨੇ ਜਿਹੜੀਆਂ ਵਿਟਾਮਿਨਾਂ ਦੀਆਂ ਘਾਟ ਕਰਕੇ ਲੋਕਾਂ ਨੂੰ ਹੁੰਦੀਆਂ ਨੇ। ਇਹ ਕੁਪੋਸ਼ਣ ਦੇ ਦੂਰ ਕਰਨ ਦੇ ਵਿੱਚ ਜੇ ਇਹਨੂੰ ਠੀਕ ਤਰੀਕੇ ਨਾਲ ਲਾਗੂ ਕਰਿਆ ਜਾਵੇ ਤਾਂ ਇੱਕ ਕਦਮ ਤਾਂ ਹੋ ਸਕਦਾ ਹੈ, ਪਰ ਇਹਨੂੰ ਜੇ ਕੋਈ ਕਹੇ ਵੀ ਇਹ ਬਿਲਕੁਲ ਹੀ ਉਹ ਹੈ, ਇਹ ਠੀਕ ਹੈ, ਨਾ ਨਾਲੋਂ ਚੰਗਾ। ਜੀ। ਕਟਾਰੀਆ ਜੀ, ਜਿਹੜੀ ਯੋਜਨਾ ਪੂਰੇ ਮੁਲਕ ਲਈ ਇੰਨੀ ਅਹਿਮ ਹੈ ਕਿ 67% ਦੀ ਲੋਕਾਂ ਨੂੰ ਜਿਹਦੇ ਰਾਹੀਂ ਅੰਨ ਮਿਲਣਾ ਹੈ, ਉਹਦੇ ਬਾਰੇ ਜੋ ਵੀ ਸਵਾਲ ਨੇ ਉਹਨਾਂ ਸਵਾਲਾਂ ਦੇ ਉੱਤੇ ਚਰਚਾ ਕਰਨ ਦੀ ਬਜਾਏ ਪਾਰਲੀਮੈਂਟ ਦੇ ਵਿੱਚ ਤੁਹਾਡੀ ਪਾਰਟੀ ਲਗਾਤਾਰ ਉਹ ਤੋਂ ਤੁਹਾਨੂੰ ਕੋਈ ਇਤਰਾਜ਼ ਹੈ ਇਸ ਗੱਲ ਦੇ ਉੱਤੇ? भारतीय जनता पार्टी इसकी फाउंडेशन ही इसी थीम के ऊपर रखी गई है। हमारी जो पार्टी के जन्मदाता हैं पंडित दीनदयाल उपाध्याय जी, उसके ऊपर जो बीजेपी की सारी फिलॉसफी है, और पंडित दीनदयाल जी उपाध्याय जी ने क्या कहा है कि जब तक समाज का वो अंतिम व्यक्ति जिसके पाँव में बुआइयाँ पड़ी हुई हैं, जब तक हम उन बुआइयों को ना भर दें तब तक आज़ादी का कोई ਮਤਲਬ ਨਹੀਂ ਹੈ। ਜਿਹੜੀ ਇਸ ਕਿਸਮ ਦੀਆਂ ਤੂਕਾਂ ਨੇ ਉਹ तमाम ਕਿਸਮ ਦੇ ਆਗੂਆਂ ਦੀਆਂ ਲਿਖਤਾਂ 'ਚੋਂ ਮਿਲ ਜਾਂਦੀਆਂ ਨੇ। ਤੁਸੀਂ 6 ਸਾਲ ਇਸ ਮੁਲਕ 'ਚ ਸਰਕਾਰ ਚਲਾਈ ਹੈ, ਤੁਹਾਨੂੰ ਇਹ ਤੂਕ ਭੁੱਲ ਗਈ ਸੀ ਜਾਂ ਤੁਸੀਂ ਉਹ ਤੋਂ ਬਾਅਦ ਕਰਨੀ ਸੀ, 7ਵੇਂ ਸਾਲ ਇਹ ਕਰਨੀ ਸੀ? ਹਮੇ ਨਾ तो ये तुक भूली जी। 1977 में ये ਜਿਹੜੀ ਸਕੀਮ ਲਾਣ ਵਾਲਾ ਹੈਗਾ, ਕਾਂਗਰਸ ਤੇ ਕਹਿ ਰਹੀ ਹੈ ਕਿ ਇਟ ਵਿਲ ਬੀ ਅ ਗੇਮ ਚੇਂਜਰ। ਜੀ। I say it is only a name changer। ਜੀ। ਜਿਹੜੀ ਅੰਤੋਦੈ ਦੀ ਜਿਹੜੀ ਸਕੀਮ 1977 ਵਿੱਚ ਸ਼ਾਂਤਾ ਕੁਮਾਰ ਜੀ ਨੇ ਲਾਗੂ ਕੀਤੀ ਸੀਗੀ ਹਿਮਾਚਲ ਦੇ ਵਿੱਚ, ਇਹ ਜਿਹੜਾ ਫੂਡ ਸਿਕਿਉਰਿਟੀ ਵਾਲਾ ਜਿਹੜਾ ਬਿੱਲ ਆ ਰਿਹਾ ਹੈਗਾ, ਇਹ ਸਾਰੇ ਦੇ ਸਾਰਾ ਉਸ ਦੀ ਡੁਪਲੀਕੇਟ ਕਾਪੀ ਹੈਗੀ। ਤੇ ਜਿਹੜਾ ਅੱਜ ਕੱਲ ਮੱਧ ਪ੍ਰਦੇਸ਼ ਦੇ ਵਿੱਚ ਸਾਡੇ ਰਮਨ ਜੀ ਨੇ ਚਲਾਇਆ ਹੈਗਾ, ਇੰਨਾ ਵਧੀਆ ਸਿਸਟਮ ਚੱਲ ਰਿਹਾ ਹੈਗਾ, ਜਿਹਦੇ ਵਿੱਚ ਹੁਣੇ ਡਾਕਟਰ ਪਿਆਰੇ ਲਾਲ ਜੀ ਨੇ ਜਿਹੜੀ ਗੱਲ ਕੀਤੀ ਹੈਗੀ ਵਿਟਾਮਿਨ ਦੀ ਤੇ ਕੁਪੋਸ਼ਣ ਦੀ, ਉਹ ਸਾਰੀਆਂ ਗੱਲਾਂ ਮਤਲਬ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਜੇ ਇਹ ਬਿੱਲ ਸ਼ਾਂਤਾ ਕੁਮਾਰ ਜੀ ਦੇ ਨਾਂ ਦੇ ਉੱਤੇ ਜਾਂ ਰਮਨ ਕੁਮਾਰ ਜੀ ਦੇ ਨਾਂ ਦੇ ਉੱਤੇ ਪੇਸ਼ ਕੀਤਾ ਜਾਵੇ ਤੇ ਤੁਸੀਂ ਇਹਦੀ ਹਮਾਇਤ ਕਰਨ ਨੂੰ ਤਿਆਰ ਹੋ? ਨਹੀਂ, ਅਸੀਂ ਤਾਂ ਹੁਣ ਵੀ ਹਮਾਇਤ ਕਰਨ ਨੂੰ ਤਿਆਰ ਹੈਗੇ। ਅਸੀਂ ਕਦ ਜਵਾਬ ਦਿੱਤਾ ਹੈਗਾ? ਜੀ, ਅਸੀਂ ਤਾਂ ਕੋਈ ਜਵਾਬ ਨਹੀਂ। ਪਰ ਤੁਸੀਂ ਹਾਂ ਵੀ ਕਦੋਂ ਕੀਤੀ ਹੈ? ਨਹੀਂ, ਅਸੀਂ ਹਮੇਸ਼ਾ ਟੈਲੀਵਿਜ਼ਨ ਦੇ ਉੱਤੇ ਜਾਂ ਬਾਹਰ ਹਾਂ ਕਰਨ ਨਾਲ ਤੇ ਗੱਲ ਨਹੀਂ ਨਾ ਬਣਨੀ। ਪਾਰਲੀਮੈਂਟ ਦੇ ਵਿੱਚ ਜਾ ਕੇ ਗੱਲ ਕਰੋ, ਉੱਥੇ ਤੁਸੀਂ ਇਹ ਸਾਰੇ ਸਵਾਲ ਕਿਉਂ ਨਹੀਂ ਪੁੱਛ ਰਹੇ? ਪਾਰਲੀਮੈਂਟ ਦੇ ਵਿੱਚ ਜਾ ਕੇ ਗੱਲ ਕਰੀਏ, ਪਾਰਲੀਮੈਂਟ ਦਾ ਇਹ ਸਾਰਾ ਸੈਸ਼ਨ ਜਿਹੜਾ ਹੈਗਾ
ਉਹ ਤੇਲੰਗਾਨਾ ਦੀ ਭੇਟ ਚੜ ਗਿਆ। ਅਸੀਂ ਤੇ ਨਹੀਂ ਕੀਤਾ, ਉਹ ਸਾਰਾ ਕਾਂਗਰਸੀਆਂ ਨੇ ਆਪਣੇ ਆਪ ਰੌਲਾ ਪਾਇਆ। ਇਹ ਤੇ ਸਾਨੂੰ ਸ਼ੱਕ ਹੁੰਦਾ ਹੈਗਾ ਜਿਹੜੀ ਕਾਂਗਰਸ ਪਾਰਟੀ ਦੀ ਅਸਲੀ ਨੀਅਤ ਕੀ ਹੈਗੀ ਇਸ ਬਿੱਲ ਦੇ ਬਾਰੇ। ਜਦੋਂ ਤੱਕ ਉਹਨਾਂ ਨੂੰ ਲੱਗਦਾ ਹੈਗਾ ਜਿਹੜੇ ਉਹਨਾਂ ਦੇ ਮੈਨੇਜਰ ਹੈਗੇ ਪਾਰਲੀਮੈਂਟ ਦੇ ਵਿੱਚ ਮੈਨੇਜ ਕਰਨ ਵਾਲੇ, ਜਦੋਂ ਤੱਕ ਬਈ ਕੱਲ ਨੂੰ ਇਸ ਤੇ ਵੋਟਿੰਗ ਹੋ ਸਕਦੀ ਹੈਗੀ, ਕਦੇ ਟੀਡੀਪੀ ਬਾਹਰ ਜਾ ਰਹੀ ਹੈਗੀ, ਕਦੇ ਡੀਐਮਕੇ ਬਾਹਰ ਜਾ ਰਿਹਾ ਹੈ, ਤੇ ਕਦੇ ਜਿਹੜੀ ਬਲੈਕਮੇਲਿੰਗ ਹੈਗੀ ਮਾਇਆਵਤੀ ਦੀ ਤੇ ਮੁਲਾਇਮ ਸਿੰਘ ਦੀ, ਉਹਨਾਂ ਨੂੰ ਇਹ ਸਰਟਨ ਨਹੀਂ ਹੈਗਾ ਕਿ ਜਦੋਂ ਪਾਰਲੀਮੈਂਟ ਵਿੱਚ ਇਸ ਬਿੱਲ ਦੇ ਉੱਤੇ ਵੋਟਿੰਗ ਆ ਗਈ ਉਹ ਸਾਡੇ ਨਾਲ ਵੀ ਹੋਣਗੇ ਜਾਂ ਨਹੀਂ ਹੋਣਗੇ। ਇਹ ਤੇ ਕਾਂਗਰਸ ਦੀ ਸਿਰਦਰਦੀ ਹੈਗੀ ਜੀ। ਅਸੀਂ ਤਾਂ ਸਪੋਰਟ ਕਰਾਂਗੇ, ਲੈਟ ਦਾ ਬਿੱਲ ਕਮ, ਲੈਟ ਦਾ ਡਿਬੇਟ ਉਹਦੇ ਉੱਤੇ ਹੋਏ। ਸਾਡੀਆਂ ਕੁਝ ਅਮੈਂਡਮੈਂਟਸ ਹੈਗੀਆਂ ਜਿਹੜੀ 260 ਦੇ ਲਗਭਗ ਸਾਰੇ ਐਮਪੀਆਂ ਨੇ, 19 ਐਮਪੀਆਂ ਨੇ ਆਪਣੀ ਜਿਹੜੀ ਹੈਗੀ ਉਹ ਇਹਦੇ ਵਿੱਚ ਅਮੈਂਡਮੈਂਟ ਦੀ ਗੱਲ ਕੀਤੀ ਹੈਗੀ, ਤੇ ਉਹਨਾਂ ਦੇ ਉੱਤੇ ਸੋਚ ਵਿਚਾਰ ਕਰਕੇ ਜਿਹੜਾ ਯੂਨੀਵਰਸੈਲਿਟੀ ਦਾ ਮਾਮਲਾ ਹੈਗਾ। ਤੁਹਾਡੀ ਗੱਲ ਬਿਲਕੁਲ ਸਪਸ਼ਟ ਹੋ ਗਈ ਹੈ ਤੇ ਅੱਜ ਭਾਜਪਾ ਨੇ ਤੇ ਜੋ ਪਾਰਲੀਮੈਂਟ 'ਚ ਹੋਇਆ ਉਹ ਵੀ ਦਰਸ਼ਕਾਂ ਨੇ ਦੇਖ ਲਿਆ, ਉਹਨਾਂ ਨੇ ਕਾਫੀ ਸਾਰੇ ਫੈਸਲੇ ਆਪ ਕਰ ਲੈਣੇ ਆ। ਰਾਜੀਵ, ਇੱਕ ਤਾਂ ਇਸ ਮਸਲੇ ਦੀ ਜ਼ਰੂਰਤ ਹੈ ਕਿ ਸਾਡੇ ਮੁਲਕ ਦੇ ਵਿੱਚ ਇਹਦੀ ਕੀ ਜ਼ਰੂਰਤ ਹੈ, ਉਹ ਤੋਂ ਬਾਅਦ ਜਿਸ ਕਿਸਮ ਦਾ ਖਰੜਾ ਹੈ ਉਹਦੇ ਬਾਰੇ ਇੱਕ ਵੱਖਰੀ ਬਹਿਸ ਹੈਗੀ ਹੈ ਕਿ ਇਹਦੇ ਨਾਲ ਜੋ ਦਾਅਵਾ ਕੀਤਾ ਜਾ ਰਿਹਾ ਹੈ ਉਹ ਪੂਰਾ ਹੋਏਗਾ ਜਾਂ ਨਹੀਂ ਹੋਏਗਾ। ਪਰ ਇਸ ਵੇਲੇ ਜੋ ਚੱਲ ਰਿਹਾ ਪਾਰਲੀਮੈਂਟ 'ਚ, ਤੁਹਾਨੂੰ ਕੀ ਲੱਗਦਾ ਕਿ ਜਿਹੜੀਆਂ ਇਹ ਸਿਆਸੀ ਪਾਰਟੀਆਂ ਨੇ ਇਹਨਾਂ ਦੀ ਮਨਸ਼ਾ ਹੈ ਇਸ ਨੂੰ ਪਾਸ ਕਰਨ ਦੀ? ਜਿਹੜਾ ਸੰਸਦ ਦੇ ਵਿੱਚ ਚੱਲ ਰਿਹਾ, ਜੇ ਖਰੜੇ ਦੀ ਆਪਾਂ ਗੱਲ ਕਰੀਏ ਤਾਂ ਖਰੜੇ ਦੇ ਸਵਾਲ ਵੀ ਹੋ ਸਕਦੇ ਨੇ, ਕੁਝ ਸੁੰਦਰ ਗੱਲਾਂ ਵੀ ਹੈਗੀਆਂ। ਬੇਸਿਕ ਆਈਡੀਆ ਨਾਲ ਬੀਜੇਪੀ ਦੇ ਪ੍ਰਤੀਨਿਧੀ ਨੇ ਵੀ ਕਿਹਾ ਕਿ ਸਾਨੂੰ ਕੋਈ ਇਤਰਾਜ਼ ਨਹੀਂ, ਹੋਰ ਵੀ ਖੁੱਲ੍ਹ ਕੇ ਕੋਈ ਇਹ ਨਹੀਂ ਕਹਿ ਰਹੇ ਸਾਨੂੰ ਇਸ ਵਿਚਾਰ ਤੋਂ ਇਤਰਾਜ਼ ਹੈ, ਇਹਦੇ ਵਿੱਚ ਨੁਆਂਸਸ ਜਿਹੜੀ ਬਾਰੀਕੀਆਂ ਨੇ ਉਹਨਾਂ ਤੋਂ ਇਤਰਾਜ਼ ਹੋ ਸਕਦਾ। ਪਰ ਸੰਸਦ ਦੇ ਜਿਹੜਾ ਕੁਝ ਹੋ ਰਿਹਾ ਉਹ ਵੇਖਣ ਦੀ ਲੋੜ ਹੈ। ਇਹਨਾਂ ਨੇ ਕਿਹਾ ਕਿ ਅਸੀਂ ਇਹਨੂੰ ਸਪੋਰਟ ਕਰਦੇ ਹਾਂ, ਸਾਡੇ ਤੇਲੰਗਾਨਾ ਨੇ ਸਾਰਾ ਕੁਝ ਲੈ ਲਿਆ। ਸੰਸਦ ਦੀ ਪੂਰੀ ਪ੍ਰਕਿਰਿਆ ਨੂੰ ਸਮਝਣ ਦੀ ਲੋੜ ਹੈ ਕਿ ਸੰਸਦ ਦੇ ਵਿੱਚ ਬੈਠੇ ਸਾਂਸਦ ਜਿਹੜੇ ਨੇ ਪਾਰਟੀਆਂ ਦੇ ਸਾਂਸਦ, ਉਹ ਇਹ ਤੈਅ ਨਹੀਂ ਕਰ ਸਕਦੇ ਕਿ ਕਿੰਨਾ ਟਾਈਮ ਅਸੀਂ ਕਿਹੜੇ ਇਸ਼ੂ ਨੂੰ, ਜਿਹੜਾ ਚਾਹੇ ਕੋਲ ਘੋਟਾਲੇ ਦੀ ਫਾਈਲਾਂ ਮਿਸਿੰਗ ਹੋਣਾ ਹੋਵੇ ਚਾਹੇ ਤੇਲੰਗਾਨਾ ਹੋਵੇ, ਇਹਦੇ ਉੱਤੇ ਆਪਦੀ ਗੱਲ ਨੂੰ ਰੱਖਾਂਗੇ, ਇਹਦੇ ਉੱਤੇ ਸ਼ੋਰ ਸ਼ਰਾਬਾ ਕਰਾਂਗੇ, ਬਾਈਕਾਟ ਕਰਾਂਗੇ, ਉਹਨਾਂ ਦਾ ਹੱਕ ਹੈ। ਉਹਦੇ ਵਾਸਤੇ ਇੱਕ ਟਾਈਮ ਹੋਵੇ, ਫਿਰ ਇੱਕ ਟਾਈਮ ਹੋਵੇ ਕਿ ਦਿਨ ਦੇ ਵਿੱਚ ਪੂਰੇ ਦਿਨ ਦੇ ਵਿੱਚ 2 ਘੰਟੇ 3 ਘੰਟੇ ਤਾਂ ਕੋਈ ਰੱਖ ਲੈਣ, ਜਦੋਂ ਕੁਝ ਜਿਹੜਾ ਉਹਨਾਂ ਦਾ ਮੇਨ ਕੰਮ ਹੈ ਲੈਜਿਸਲੇਸ਼ਨ ਦਾ ਉਹਦਾ ਵੀ ਕਰੀਏ। ਹੁਣ ਬੀਜੇਪੀ ਜਿਸ ਤਰ੍ਹਾਂ ਲਗਾਤਾਰ ਕਰ ਰਹੀ ਹੈ, ਕੋਲ ਘੋਟਾਲੇ ਦੇ ਵਿੱਚ ਬੀਜੇਪੀ ਲਗਾਤਾਰ ਚੁੱਪ ਰਹੀ, ਲਗਾਤਾਰ ਬੀਜੇਪੀ ਕਹਿੰਦੀ ਰਹੀ ਕਿ ਸਰਕਾਰਾਂ ਨੂੰ ਕਿਉਂ ਕਹਿ ਰਹੇ ਹੋ। ਹੁਣ ਜਦੋਂ ਸੰਸਦ ਦੇ ਵਿੱਚ ਇਹ ਬਿੱਲ ਆਉਣਾ ਹੈ, ਇਹੀ ਨਹੀਂ ਇਸ ਤਰ੍ਹਾਂ ਦੇ ਹੋਰ ਵੀ ਬਿੱਲ ਆਉਣੇ ਨੇ, ਲੋਕਪਾਲ ਬਿੱਲ ਆਉਣਾ ਹੈ, ਜੁਡੀਸ਼ੀਅਲ ਅਕਾਊਂਟੇਬਿਲਿਟੀ ਦਾ ਬਿੱਲ ਆਉਣਾ ਹੈ, ਉਹ ਸਾਰੇ ਜਦੋਂ ਆ ਰਹੇ ਨੇ ਉਦੋਂ ਬੀਜੇਪੀ ਲਗਾਤਾਰ ਸੰਸਦ ਨੂੰ ਰੋਕਣ ਦਾ ਕੰਮ ਕਰ ਰਹੀ ਹੈ, ਤੇ ਥੋੜੇ ਬਹੁਤ ਟਾਈਮ ਵਾਸਤੇ ਨਹੀਂ, ਲਗਾਤਾਰ ਇਹ ਗੱਲ ਹੋ ਰਹੀ ਹੈ। ਕੱਲ ਮੈਂ ਰਾਜ ਸਭਾ ਚੈਨਲ ਵੇਖ ਰਿਹਾ ਸੀ, ਉਹਦੇ ਵਿੱਚ ਕੀ ਹੋ ਰਿਹਾ ਸੀ, ਮੰਤਰੀ ਇਹ ਕਹਿੰਦਾ ਹੈ ਕਿ ਸਾਡਾ ਕੋਲ ਮੰਤਰੀ ਆਏਗਾ, ਉਹ ਆਪਦੀ ਗੱਲ ਕਹੇਗਾ, ਜਿਹੜਾ ਅਖਬਾਰ ਦੇ ਵਿੱਚ ਛਪਿਆ ਉਹਨੂੰ ਕੋਟ ਕਰਕੇ ਕਿਹਾ ਗਿਆ ਉਹ ਆਪਦੇ ਬਿਆਨ ਦੇਗਾ, ਉਸ ਤੋਂ ਬਾਅਦ ਤੁਸੀਂ ਆਪਦੀ ਗੱਲ ਕਰ ਲਿਓ। ਤੇ ਉਹ ਕਹਿੰਦੇ ਨਹੀਂ ਹੁਣ ਹੀ ਬਿਆਨ ਹੋਵੇ, ਉਹ ਕਹਿੰਦਾ ਅਸੀਂ ਉਹਨੂੰ ਸੱਦਾ ਦੇਤਾ, ਸੂਚਨਾ ਦੇਤੀ ਆਏਗਾ। ਹੁਣ ਇਸ ਤਰ੍ਹਾਂ ਜਿਹੜਾ ਸੰਸਦ ਨੂੰ ਰੋਕਣ ਦਾ ਕੰਮ ਜਿਹੜਾ ਬੀਜੇਪੀ ਨੇ ਫੜਿਆ, ਉਹ ਬੀਜੇਪੀ ਕਿਤੇ ਡਰ ਰਹੀ ਹੈ। ਕਾਂਗਰਸ ਦਾ ਬਿਲਕੁਲ ਚੁਣਾਵੀ ਏਜੰਡਾ ਹੈਗਾ, ਜੇ ਚੁਣਾਵੀ ਏਜੰਡਾ ਨਾ ਹੁੰਦਾ ਤੇ 8 ਸਾਲ ਪਹਿਲਾਂ ਕਰ ਦਿੰਦੇ, ਹੁਣ ਜੇ ਕਰ ਰਹੇ ਨੇ ਹੈਗਾ, ਪਰ ਉਸ ਚੁਣਾਵੀ ਏਜੰਡੇ ਨੂੰ ਤੁਸੀਂ ਇਸ ਤਰ੍ਹਾਂ ਨਹੀਂ ਮੀਟ ਆਊਟ ਨਹੀਂ ਕਰ ਸਕਦੇ ਕਿ ਸੰਸਦ ਦੇ ਵਿੱਚ ਬਿੱਲ ਨੂੰ ਪਾਸ ਨਾ ਹੋਣ ਦਿਓ। ਜਨਤਾ ਵੇਖ ਰਹੀ ਹੈ, ਜਨਤਾ ਦੀ ਲੋੜ ਹੈ, ਉਹਦੇ ਵਿੱਚ ਤੁਹਾਨੂੰ ਇਹ ਕਰਨਾ ਪਏਗਾ ਕਿ ਉੱਥੇ ਆਉਣ ਦਿਓ, ਉੱਥੇ ਚਰਚਾ ਕਰੋ, ਜਿਹੜੀ ਕਮੀਆਂ ਨੇ ਉਹਨਾਂ ਤੇ ਚਰਚਾ ਕਰੋ, ਤੇ ਜਿਹੜੇ ਇਸ ਤਰ੍ਹਾਂ ਦੇ ਲੋਕ ਲੁਭਾਵਣੀ ਗੱਲਾਂ ਉਹ ਕਰ ਰਹੇ ਨੇ ਤੁਸੀਂ ਇਹਨੂੰ ਆਪਦੀ ਜਿੱਤ ਵੀ ਮੰਨੋ ਕਿ ਦੇਸ਼ ਦੀ ਜਨਤਾ ਦੀ ਜਿੱਤ ਹੈ ਕਿ ਉਹਨੇ ਸਰਕਾਰ ਨੂੰ ਇੱਕ ਕਦਮ ਅੱਗੇ ਆਉਣ ਵਾਸਤੇ ਮਜਬੂਰ ਕੀਤਾ ਹੈ, ਉਹਨੂੰ ਆਪਦੇ ਨਾਲ ਖੜਾ ਕਰੋ। ਭਾਜਪਾ ਜਿਵੇਂ ਕਟਾਰੀਆ ਜੀ ਨੇ ਕਿਹਾ ਹੈ ਤਾਂ ਬਿਲਕੁਲ ਦਾਅਵਾ ਕਰ ਸਕਦੀ ਹੈ ਕਿ ਸ਼ਾਂਤਾ ਕੁਮਾਰ ਜੀ ਨੇ ਪਹਿਲਾਂ ਇਹ ਤਜਵੀਜ਼ ਲੈ ਕੇ ਆਂਦੀ, ਉਹ ਤੋਂ ਬਾਅਦ ਅਸੀਂ ਲਾਗੂ ਕਰਕੇ ਸਾਬਤ ਕੀਤਾ ਕਿ ਬਹੁਤ ਅਹਿਮ ਹੈ ਤੇ ਇਹਨੂੰ ਪੂਰੇ ਮੁਲਕ 'ਚ ਲਾਗੂ ਹੋਣਾ ਚਾਹੀਦਾ। ਕਟਾਰੀਆ ਜੀ, ਭਾਜਪਾ ਦਾ ਇੱਕ ਜਿਹੜਾ ਸਟੈਂਡ ਆ ਉਹ ਲਗਾਤਾਰ ਹੀ ਰਿਹਾ ਕਿ ਸੁਰੱਖਿਆ ਦੇ ਮਾਮਲਿਆਂ ਦੇ ਉੱਤੇ ਸਾਰੇ ਮੁਲਕ ਨੂੰ ਇਕਜੁੱਟ ਹੋ ਕੇ ਪੇਸ਼ ਹੋਣਾ ਚਾਹੀਦਾ। ਕੀ ਸੁਰੱਖਿਆ ਸਿਰਫ ਅੱਤਵਾਦ ਨਾਲ ਲੜਨਾ ਜਾਂ ਵਿਦੇਸ਼ੀ ਹਮਲਿਆਂ ਨਾਲ ਲੜਨਾ ਹੀ ਹੈ? ਸਾਡੇ ਆਪਣੇ ਬੰਦੇ ਭੁੱਖ ਨਾਲ ਮਰ ਰਹੇ ਨੇ, ਉਹਨਾਂ ਦਾ ਖੂਨ ਬਹਿ ਨਹੀਂ ਰਿਹਾ ਪਰ ਸੁੱਕ ਰਿਹਾ। ਇਹ ਸੁਰੱਖਿਆ ਦਾ ਮਸਲਾ ਨਹੀਂ ਗਾ। ਇੱਥੇ ਕਿਉਂ ਨਹੀਂ ਉਹੀ ਮੰਤਰ ਲਾਗੂ ਕੀਤਾ ਜਾਂਦਾ ਕਿ ਸਾਨੂੰ ਸਾਰਿਆਂ ਨੂੰ ਘੱਟੋ ਘੱਟ ਇਹ ਬਿੱਲ ਦੇ ਉੱਤੇ ਪਾਸ ਕਰ ਲੈਣਾ ਚਾਹੀਦਾ, ਜਿਹੜੀਆਂ ਕਮੀਆਂ ਨੇ ਉਹ ਦੂਰ ਕਰ ਲੈਣੀਆਂ ਚਾਹੀਦੀਆਂ ਨੇ? ਦੇਖੋ, ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜੇ ਸਾਡੇ ਵਿਰੋਧੀ ਜਿਹੜੇ ਹੈਗੇ ਇਸ ਮੁੱਦੇ ਤੇ ਸਾਡੀ ਜਿਹੜੀ ਪਿਕਚਰ ਹੈ ਉਸ ਨੂੰ ਬਹੁਤ ਗਲਤ ਤਰੀਕੇ ਤੋਂ ਪੇਸ਼ ਕਰ ਰਹੇ ਹੈਗੇ ਜੀ। ਮੈਂ ਇਹ ਬਾਰ-ਬਾਰ ਕਹਿਣਾ ਚਾਹੁੰਦਾ ਹੈਗਾ। ਕਿਹੜੇ ਵਿਰੋਧੀ ਤੁਹਾਡੇ? ਮੈਂ ਇਹਦੇ ਵਿੱਚ ਬਹੁਤ ਪੋਲੀਟੀਕਲ ਪਾਰਟੀਆਂ ਵੀ ਸ਼ਾਮਿਲ ਹੈਗੀ ਤੇ ਬਹੁਤ ਵੱਡੀ ਜਿਹੜੇ ਸੱਤਾ ਦੇ ਪਾਵਰ ਬ੍ਰੋਕਰ ਹੈਗੇ ਉਹ ਵੀ ਇਸ ਦੇ ਵਿੱਚ ਸ਼ਾਮਿਲ ਹੈਗੇ, ਜਿਹੜੇ ਚਾਹੁੰਦੇ ਹੈਗੇ ਕਿ ਬੀਜੇਪੀ ਨੂੰ ਐਂਟੀ ਪੂਅਰ ਪਾਰਟੀ ਇਸ ਦਾ ਫੇਸ ਬਣਾਇਆ ਜਾਏ। ਮੈਂ ਖੁਦ ਜਿਹੜਾ ਹੈਗਾ ਮੈਂ ਵੰਚਿਤ ਦਲਿਤ ਸਮਾਜ ਤੋਂ ਆਂਦਾ ਹੈਗਾ, ਮੈਂ ਮਜ਼ਦੂਰੀ ਵੀ ਕੀਤੀ ਹੈਗੀ, ਮੈਂ ਸਾਰਾ ਗਰੀਬੀ ਨੂੰ ਬਹੁਤ ਨਜ਼ਦੀਕ ਤੋਂ ਮੈਂ ਦੇਖਿਆ ਹੈਗਾ। ਤੇ ਮੈਂ ਤੁਹਾਨੂੰ ਅਗਰ ਜੇਕਰ ਕਹਿਣਾ ਚਾਹਾਂ, ਮੈਂ ਬੀਜੇਪੀ ਦੀ ਕਟਾਰੀਆ ਜੀ, ਜਿਹੜਾ ਇਹ ਦਾਅਵਾ, ਜਿਹੜਾ ਮੈਂ ਸਿਰਫ ਇੱਕ ਗੱਲ ਕਹਿਣੀ ਚਾਹੁੰਦਾ, ਜਿਹੜਾ ਇਹ ਦਾਅਵਾ ਹੈ ਨਾ
ਉਹ ਇਸ ਮੁਲਕ ਦਾ ਕੋਈ ਵੀ ਬੰਦਾ ਕਰ ਸਕਦਾ ਹੈ। ਕੋਈ ਸਿਰਫ ਇਹ ਕਹਿ ਦੇਗਾ ਕਿ 500 ਸਾਲ ਪਹਿਲਾਂ ਮੈਂ ਗਰੀਬ ਸੀ, ਕੋਈ ਕਹਿ ਦੇਗਾ ਕਿ ਮੈਂ 50 ਸਾਲ ਪਹਿਲਾਂ ਗਰੀਬ ਸੀ, ਕੋਈ 10 ਸਾਲ ਪਹਿਲਾਂ ਗਰੀਬ ਸੀ। ਮੇਰੀ ਇੱਕ ਪਰ ਗੱਲ ਇਹ ਕੋਈ ਦਲੀਲ ਨਹੀਂ ਹੈ। ਮੇਰੀ ਇੱਕ ਗੱਲ ਸੁਣੋ। ਹਾਂਜੀ ਮੈਂ ਕਹਿਣਾ ਚਾਹਾਂਗਾ ਕਿ ਸਾਡੀ ਹੁਣੀ ਰਾਸ਼ਟਰੀ ਕਾਰਜਕਾਰਨੀ ਦਿੱਲੀ ਵਿੱਚ ਹੋਈ ਸੀਗੀ ਜੀ ਤੇ ਉਹਦੇ ਵਿੱਚ ਨਰਿੰਦਰ ਮੋਦੀ ਜੀ, ਸੁਸ਼ਮਾ ਜੀ, ਰਾਜਨਾਥ ਸਿੰਘ ਜੀ ਸਭ ਸੀਗੇ। ਮੈਂ ਉੱਥੇ ਕੋਟ ਕੀਤਾ ਬਕਾਇਦਾ ਆਪਣੀ ਨੈਸ਼ਨਲ ਐਗਜ਼ੀਕਿਊਟਿਵ ਵਿੱਚ ਕਿ ਡਾਕਟਰ ਅੰਬੇਡਕਰ ਜੀ ਨੇ ਸੰਵਿਧਾਨ ਤੇ ਬਣਾਇਆ 49 ਦੇ ਵਿੱਚ, ਲੇਕਿਨ ਸਾਡੇ ਜਿਹੜੇ ਧਾਰਮਿਕ ਗੁਰੂ ਹੋਏਗੇ ਸੰਤ ਗੁਰੂ ਰਵਿਦਾਸ ਜੀ ਮਹਾਰਾਜ ਜੀ, ਉਹ 634 ਸਾਲ ਪਹਿਲਾਂ ਕਹਿ ਗਏ। ਉਹਨਾਂ ਨੇ ਕਿਹਾ ਕਿ ਐਸਾ ਚਾਹਾਂ ਰਾਜ ਮੈਂ ਮਿਲੇ ਸਭੀ ਨੂੰ ਅੰਨ, ਜੇਕਰ ਮਿਲੇ ਸਭੀ ਨੂੰ ਅੰਨ ਤੇ ਗੁਰੂ ਰਵਿਦਾਸ ਰਹੇ ਪ੍ਰਸੰਨ। ਮੈਂ ਬੀਜੇਪੀ ਦੇ ਵਿੱਚ ਉਸ ਸੋਚ ਨੂੰ ਲਾਗੂ ਕਰਨਾ ਚਾਹੁੰਦਾ ਹੈਗਾ ਕਿ ਇਹ ਜਿਹੜੇ ਕੁਪੋਸ਼ਣ ਦੇ ਸ਼ਿਕਾਰ ਲੋਕ ਹੈਗੇ, ਇਹ ਜਿਹੜੇ ਵਿਅਕਤੀ ਦਿਨ ਰਾਤ ਮਰ ਰਹੇ ਹੈਗੇ, 10 ਕਰੋੜ ਲੋਕਾਂ ਨੂੰ ਇੱਕ ਸਮੇਂ ਦਾ ਭੋਜਨ ਵੀ ਨਹੀਂ ਮਿਲਦਾ। ਭਾਜਪਾ ਨੇ ਜਿਹੜੀ ਤੁਹਾਡੀ ਇਹ ਤਜਵੀਜ਼ ਹੈ ਇਹ ਪਾਸ ਕਰਤੀ ਹੈ? ਪਾਸ ਕਰ ਦਿੱਤੀ ਹੈਗੀ। ਉਸ ਦੇ ਉੱਤੇ ਪੂਰਾ ਰੱਖਿਆ ਗਿਆ ਹੈਗਾ। ਹੁਣ ਸਾਡੀ ਇਹਨਾਂ ਮੰਗਾਂ ਨੂੰ ਲੈ ਕੇ ਪਰ ਉਹਨਾਂ ਨੇ ਗੁਪਤ ਕਿਉਂ ਰੱਖੀ ਆ? ਉਹ ਲੋਕਾਂ ਨੂੰ ਕਿਉਂ ਨਹੀਂ ਦੱਸ ਦਿੰਦੇ ਕਿ ਵੀ ਇਹ ਤਜਵੀਜ਼ ਅਸੀਂ ਇਸ ਰੂਪ ਚ ਪਾਸ ਕਰ ਲਈ ਹੈ? ਕਿਉਂਕਿ ਜੇ ਤੁਹਾਡੀ ਪਾਰਟੀ ਇਸ ਗੱਲ ਨੂੰ ਗੁਪਤ ਰੱਖਦੀ ਹੈ ਤੇ ਤੁਹਾਡੀ ਤੇ ਆਪਣੀ ਦਲੀਲ ਇਸ ਤੇ ਲਾਗੂ ਹੁੰਦੀ ਹੈ ਨਾ ਕਿ ਕੁਝ ਬੰਦੇ ਨੇ ਜਿਹੜੇ ਗਰੀਬਾਂ ਦੇ ਪੱਖ 'ਚ ਨਹੀਂ ਹੋਣੇ ਚਾਹੀਦੇ, ਤੇ ਤੁਹਾਡੀ ਪਾਰਟੀ ਉਹਨਾਂ 'ਚੋਂ ਜਾਪਦੀ ਹੈ। ਤੁਸੀਂ ਦੱਸਿਆ ਇਹ ਗੱਲ। ਇਨ ਸਭੀ ਗੱਲਾਂ ਨੂੰ ਲੈ ਕੇ ਅਸੀਂ 23 ਤਾਰੀਖ ਨੂੰ ਜੰਤਰ ਮੰਤਰ ਤੇ ਇੱਕ ਅਸੀਂ ਧਰਨਾ ਰੱਖ ਰਹੇ ਹੈਗੇ। ਜਿਹੜਾ ਗਰੀਬਾਂ ਦੇ ਨਾਲ ਜਿਹੜਾ ਸ਼ੋਸ਼ਣ ਹੋ ਰਿਹਾ ਹੈਗਾ, ਜਿਹੜੇ ਉਹਨਾਂ ਦੇ ਹੱਕ ਛੀਨ ਰਹੇ ਹੈਗੇ, ਉਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਜੰਤਰ ਮੰਤਰ ਪਰ ਜਿਹੜਾ ਇਹ ਇੱਕ ਨੁਕਤਾ ਹੈ, ਜੇ ਉਹਦੇ ਤੇ ਕੋਈ ਕਾਨੂੰਨ ਬਣ ਰਿਹਾ ਹੈ, ਉਹਨੂੰ ਤੁਸੀਂ ਕਿਉਂ ਨਹੀਂ ਫੈਸਿਲਿਟੇਟ ਕਰਦੇ ਕਿ ਉਹ ਉੱਥੇ ਪਾਸ ਹੋ ਜਾਵੇ? ਅਸੀਂ ਕਾਨੂੰਨ ਦੇ ਖਿਲਾਫ ਨਹੀਂ ਹੈਗੇ। ਅਸੀਂ ਚਾਹੁੰਦੇ ਹੈਗੇ ਕਿ ਇਹ ਪਾਸ ਹੋਣਾ ਚਾਹੀਦਾ ਹੈਗਾ, ਪਰ ਕੁਝ ਅਮੈਂਡਮੈਂਟ ਦੇ ਨਾਲ। ਜਿਹੜਾ ਸਾਡਾ ਚੱਲ ਰਿਹਾ ਹੈਗਾ ਮੱਧ ਪ੍ਰਦੇਸ਼ ਦੇ ਵਿੱਚ, ਛੱਤੀਸਗੜ੍ਹ ਦੇ ਵਿੱਚ, ਨਰਿੰਦਰ ਮੋਦੀ ਜੀ ਨੇ ਪੀਐਮ ਨੂੰ ਉੱਥੇ 260 ਸੋਧਾਂ ਆ ਚੁੱਕੀਆਂ ਨੇ ਜੇ ਕਿ ਇਹਦੇ ਵਿੱਚ ਇਹ ਹੋਣੀਆਂ ਚਾਹੀਦੀਆਂ ਨੇ, ਉਹਨਾਂ ਬਾਰੇ ਤੁਸੀਂ ਹੀ ਤਾਂ ਬਹਿਸ ਨਹੀਂ ਕਰ ਰਹੇ। ਦੇਖਿਏ, ਅਸੀਂ ਬਹਿਸ ਕਰਨਾ ਚਾਹੁੰਦੇ ਹੈਗੇ, ਲੇਕਿਨ ਜਿਹੜਾ ਇਹ ਹਰ ਰੋਜ਼ ਦੇ ਵਿੱਚ ਹੁਣ ਕੋਲਗੇਟ ਦਾ ਆ ਗਿਆ, ਪ੍ਰਾਈਮ ਮਿਨਿਸਟਰ ਦਾ ਆਫਿਸ ਸਿੱਧਾ ਇਨਵੋਲਵ ਹੈਗਾ, 1,86,000 ਕਰੋੜ ਦਾ ਘਪਲਾ ਹੈਗਾ। ਸਾਡੇ ਹਰਿਆਣੇ ਦਾ ਖੁਦ ਇੱਕ ਐਮਪੀ ਜਿਹੜਾ ਹੈਗਾ ਕੁਰੂਕਸ਼ੇਤਰ ਦਾ, ਉਹ ਖੁਦ ਇਨਵੋਲਵ ਹੋਗਾ। ਜਦੋਂ ਇਹ ਮਸਲਾ ਆਇਆ, ਅਸੀਂ ਕਿਉਂ ਨਾ ਬੋਲੀਏ? ਜਦੋਂ ਦੇਸ਼ ਦੇ ਖਜ਼ਾਨੇ ਦੀ ਲੁੱਟ ਹੋ ਰਹੀ ਹੈਗੀ ਤੇ ਸਾਡਾ ਰੁਪਇਆ ਗਿਰ ਰਿਹਾ ਹੈਗਾ। ਕੁੱਲ ਮਿਲਾ ਕੇ ਇਸ ਬਿੱਲ ਨੂੰ ਪਾਸ ਕਰਨ ਲਈ ਸ਼ਰਤਾਂ ਇੰਨੀਆਂ ਨੇ ਕਿ ਪਹਿਲਾਂ ਕੋਲੇ ਵਾਲਾ ਮਸਲਾ ਹੱਲ ਕੀਤਾ ਜਾਵੇ, ਪਹਿਲਾਂ ਹੋਰ ਮਸਲਾ ਹੱਲ ਕੀਤਾ ਜਾਵੇ। ਕੁੱਲ ਮਿਲਾ ਕੇ ਗੱਲ ਇੱਥੋਂ ਆਏਗੀ ਕਿ ਪਹਿਲਾਂ ਸਰਕਾਰ ਬਦਲੇ ਫੇਰ ਹੀ ਇਸ ਨੂੰ ਪਾਸ ਕਰਾਂਗੇ। ਰਜੀਤ, ਤੁਸੀਂ ਕੁਝ ਕਹਿਣ ਲੱਗੇ? ਕੋਈ ਗੱਲ ਨਹੀਂ, ਮੈਂ ਉਹੀ ਦਲੀਲ ਤਾਂ ਉਹੀ ਬਣਦੀ ਹੈ। ਹਾਂਜੀ ਰਜੀਤ। ਕਟਾਰੀਆ ਜੀ ਨੇ ਬਾਰ-ਬਾਰ ਕਿਹਾ ਕੋਇਲਾ ਘੋਟਾਲਾ ਆ ਗਿਆ। ਮੈਂ ਇਹਨਾਂ ਨੂੰ ਪੁੱਛਣਾ ਚਾਹਨਾ, ਕੋਇਲਾ ਘੋਟਾਲਾ ਆਂਦਾ ਕਿੱਥੋਂ ਹੈ? ਉਹ ਲਿਬਰਲ ਇਕਨੋਮਿਕ ਪਾਲਿਸੀਜ਼ ਚੋਂ ਆਉਂਦਾ, ਜਿਹੜੀ ਪਾਲਿਸੀਜ਼ ਨੂੰ ਤੁਹਾਡੀ ਪਾਰਟੀ ਵੀ ਸਪੋਰਟ ਕਰਦੀ ਹੈ, ਕਾਂਗਰਸ ਵੀ ਸਪੋਰਟ ਕਰਦੀ ਹੈ। ਜਿੰਨੇ ਘੋਟਾਲੇ ਲਗਾਤਾਰ ਆ ਰਹੇ ਨੇ, ਚਾਹੇ ਹਰਿਆਣਾ ਦਾ ਹੋਵੇ, ਚਾਹੇ ਸੈਂਟਰ ਦੇ ਵਿੱਚ ਹੋਵੇ, ਕੋਲ ਘੋਟਾਲਾ ਹੋਵੇ, ਕੋਈ ਹੋਰ ਘੋਟਾਲਾ ਹੋਵੇ, ਉਹ ਉਹਨਾਂ ਪਾਲਿਸੀਆਂ ਚੋਂ ਆ ਰਹੀ ਹੈ ਜਿਹੜੀ ਪਾਲਿਸੀਆਂ ਨੂੰ ਇਹਨਾਂ ਦੀ ਪਾਰਟੀ ਵੀ ਸਮਰਥਨ ਕਰਦੀ ਹੈ। ਜਦੋਂ ਉਹਨਾਂ ਪਾਲਿਸੀਜ਼ ਤੇ ਚਰਚਾ ਹਲੇ ਵੀ ਨਹੀਂ ਕਰ ਰਹੇ, ਸਿਰਫ ਸੰਸਦ ਰੋਕ ਦੇਣਾ, ਬਾਕੀ ਕੰਮ ਨਾ ਹੋਣ ਦੇਣਾ, ਜਿਹੜਾ ਦੇਸ਼ ਦੇ ਲੋਕਾਂ ਦੀ ਉਡੀਕ ਹੈ ਤੇ ਦੇਸ਼ ਦੇ ਲੋਕ ਉਹਦੇ ਚਾਹੁੰਦੇ ਨੇ ਕਿ ਚਰਚਾ ਕਰੋ ਤੇ ਹੋਰ ਸੁੰਦਰ ਕਿਵੇਂ ਬਣਾਇਆ ਜਾਵੇ, ਉਹਨੂੰ ਰੋਕਣ ਦੀ ਬਜਾਏ ਤੁਸੀਂ ਆਹ ਕਰ ਰਹੇ ਹੋ। ਜਿਹੜਾ ਦੂਜਾ ਇਹਨਾਂ ਨੇ ਕਿਹਾ ਕਿ ਅਸੀਂ ਤਾਂ ਉਸ ਆਖਰੀ ਬੰਦੇ ਦੇ ਨਾਲ ਖੜੇ ਹੋਣਾ ਚਾਹੁੰਦੇ ਹਾਂ, ਸਾਡੇ ਅਗਵਾ ਨੇ ਕਹਿਤਾ ਸੀ, ਜੇ ਉਹਦੇ ਨਾਲ ਖੜਾ ਹੋਣਾ ਚਾਹੁੰਦੇ ਹੋ ਤੇ ਤੁਹਾਡੀ ਰਾਸ਼ਟਰੀ ਕਾਰਜਕਾਰਨੀ ਦੀ ਜਿਹਦੀ ਤੁਸੀਂ ਕਿਹਾ ਕਿ ਮੈਂ ਕੋਸ਼ਿਸ਼ ਕਰ ਰਿਹਾ ਬਣਾਉਣ ਦੀ, ਉਹਨਾਂ ਦੀ ਜਿੱਥੇ ਮੀਟਿੰਗਾਂ ਹੁੰਦੀਆਂ ਨੇ ਉਹ ਕਿੰਨੇ ਖਰਚੇ ਨਾਲ ਕਿੱਡੇ ਹੋਟਲਾਂ 'ਚ ਕਿਸ ਤਰ੍ਹਾਂ ਦੀ ਹੁੰਦੀਆਂ ਨੇ, ਉਹ ਉਹਦਾ ਸੰਕੇਤ ਹੈ ਕਿ ਤੁਹਾਡੀ ਪਾਲਿਸੀਜ਼ ਆਖਿਰ ਲੋਕਾਂ ਨਾਲ ਜੁੜਦੀਆਂ ਕਿੰਨੀਆਂ ਨੇ। ਉਹੀ ਅਲਟੀਮੇਟਲੀ ਮਾਮਲਾ ਹੈ ਕਿ ਜੇ ਲੋਕ ਇੰਪਾਵਰ ਹੋਏ ਤੇ ਕਾਂਗਰਸ ਨੂੰ ਤੁਰੰਤ ਦਾ ਫਾਇਦਾ ਹੋਏਗਾ। ਜਿਹੜਾ ਬਿੱਲ ਆ ਰਿਹਾ ਇਹਦੇ ਨਾਲ ਦਿਸਦਾ ਹੈ ਕਿ ਕਾਂਗਰਸ ਤੁਰੰਤ ਫਾਇਦਾ ਲੈਣਾ ਚਾਹੁੰਦੀ ਹੈ, ਪਰੰਤੂ ਦੋਵੇਂ ਪਾਰਟੀਆਂ ਦੀ ਕੋਸ਼ਿਸ਼ ਹੈ ਕਿ ਜਿਹੜੇ ਜਨਤਾ ਨੂੰ ਥੋੜਾ ਬਹੁਤ ਜਿਹੜਾ ਫਾਇਦਾ ਇਸ ਬਿੱਲ ਨਾਲ ਹੋਣਾ ਹੈ, ਜਿਹੜੇ ਇਸ ਬਿੱਲ ਨਾਲ ਸਮਰਥ ਹੋ ਕੇ ਲੋਕਾਂ ਨੇ ਅੱਗੇ ਆਪਦੀ ਗੱਲ ਕਹਿਣ ਦਾ ਸક્ષਮ ਹੋਣਾ ਹੈ, ਉਹਨੂੰ ਰੋਕਣਾ ਦੋਵੇਂ ਪਾਰਟੀਆਂ ਚਾਹੁੰਦੀਆਂ ਨੇ। ਕਦੇ ਉਹ ਫਾਈਲਾਂ ਮਿਸ ਕਰਦੇ ਨੇ, ਜੇ ਫਾਈਲਾਂ ਗੁੰਮ ਹੋ ਗਈਆਂ ਸੀ ਤੇ ਪ੍ਰਧਾਨ ਮੰਤਰੀ ਆ ਕੇ ਬਿਆਨ ਦੇਵੇ ਤੇ ਗੱਲ ਅੱਗੇ ਤੋਰੇ। ਇਹ ਦੋਵੇਂ ਪਾਰਟੀਆਂ ਜਿਹੜੀ ਇਹ ਇੱਕ ਮੰਗ ਕਰਦੇ ਨੇ, ਉਹ ਲੰਬੇ ਸਮੇਂ ਤੱਕ ਉਸ ਮੰਗ ਨੂੰ ਅਪੋਜ਼ ਕਰਦੇ ਨੇ, ਫਿਰ ਮੰਨਦੇ ਨੇ। ਇਹ ਜਿਹੜਾ ਸਿਲਸਿਲਾ ਹੈ ਇਹ ਦੋਵੇਂ ਪਾਰਟੀਆਂ ਦਾ ਜਾਂ ਇਸ ਤਰ੍ਹਾਂ ਦੀ ਰਾਜਨੀਤਿਕ ਪਾਰਟੀਆਂ ਦਾ ਜਿਹੜੇ ਸੰਸਦ ਦੀ ਚਰਚਾ ਨਹੀਂ ਕਰ ਰਹੇ, ਉਹਨਾਂ ਦਾ ਇੱਕ ਸਾਂਝਾ ਮਿਥਿਆ ਹੋਇਆ ਤਰੀਕਾ ਹੈ ਜਿਹਦੇ ਨਾਲ ਇਸ ਨੂੰ ਰੋਕਣਾ ਚਾਹੁੰਦੇ ਨੇ ਤੇ ਗੱਲ ਨੂੰ ਅੱਗੇ ਨਹੀਂ ਤੋਰਨਾ ਚਾਹੁੰਦੇ। ਗਰਗ ਸਾਹਿਬ। ਹਾਂਜੀ, ਦੇਖੋ ਇੱਕ ਗੱਲ ਹੈ ਵੀ ਪਾਰਟੀਆਂ ਦੇ ਬਾਰੇ ਇਹਨਾਂ ਨੇ ਕਿਹਾ ਹੈ, ਕਿਸੇ ਨੇ ਕੁਪੋਸ਼ਣ ਦਾ ਜਿਹੜਾ ਹਿੱਸਾ ਉਹਦੇ ਵਿੱਚ ਕਿ ਇਹਦੇ 'ਚ ਕੋਈ ਅਮੈਂਡਮੈਂਟ ਕਰੋ, ਇਹ ਕਿਸੇ ਮੈਂ ਸਾਰੀ ਇਹਨਾਂ ਦੀ ਬਹਿਸ ਹੁੰਦਾ ਆ। ਜਿਹੜੇ ਨੇ ਕਿਹਾ ਮੋਦੀ ਜੀ ਨੇ 5 ਨੁਕਤੇ ਉੱਥੇ 5 ਐ ਹੱਥ ਕਰਕੇ ਦਿੱਤੇ ਹੋਏ ਨੇ, ਉਹਨਾਂ 5 'ਚ ਕਿਤੇ ਨਹੀਂ ਵੀ ਇਹਦੇ 'ਚ ਭਾਈ ਜੇ ਬੈਲੈਂਸ ਡਾਈਟ ਦੇਣੀ ਹੈ ਥੋੜ੍ਹੀ ਜਿਹੀ ਅਮੈਂਡਮੈਂਟ ਕਰੋ। ਦੂਜੇ ਜਿਹੜੇ ਇਹ ਸੰਸਦ ਦੇ ਵਿੱਚ ਜਦ 67% ਲੋਕਾਂ ਨੂੰ ਜਿਨ੍ਹਾਂ ਨੂੰ ਹੁਣ ਰੋਟੀ ਮਿਲਦੀ ਨਹੀਂ, ਜੇ ਉਹਨਾਂ ਨੂੰ ਖਾਣਾ 1 ਰੁਪਏ 2 ਰੁਪਏ ਤੇ 3 ਰੁਪਏ ਕਿਲੋ ਦੇ ਹਿਸਾਬ ਨਾਲ ਮਿਲਣਾ ਸ਼ੁਰੂ ਹੋਏਗਾ ਤਾਂ ਥੋੜਾ ਘਣਾ ਕਮਾ ਲੈਣਗੇ ਤੇ ਉਸ ਦੇ ਨਾਲ ਅਗਲਾ ਕੁਪੋਸ਼ਣ ਦੂਰ ਕਰ ਸਕਣਗੇ। ਪਰ ਜੇ ਪੋਲੀਟੀਕਲ ਪਾਰਟੀਆਂ ਨੇ ਸੰਸਦ ਦੇ ਵਿੱਚ
ਮੈਂ ਗੁਦਾਰਾ ਜੀ ਨਾਲ ਬਿਲਕੁਲ ਸਹਿਮਤ ਹਾਂ ਵੀ ਸੰਸਦ ਤੁਸੀਂ ਟਾਈਮ ਤੈਅ ਕਰ ਲਓ ਵੀ ਅੱਧਾ ਦਿਨ ਅਸੀਂ ਰੌਲਾ ਹੀ ਪਾਉਣਾ ਚਾਹੇ ਜੀ ਪੂਰੀ ਉਹਨਾਂ ਦੀ ਮਾਨਤਾ ਮੰਨਦੇ ਹੋਏ ਅੱਧਾ ਦਿਨ ਤਾਂ ਫੈਸਲਾ ਕਰ ਲਓ ਵੀ ਕੰਮ ਕਰਨਾ ਹੈ। ਜੀ ਜੇ ਅੱਧਾ ਦਿਨ ਵੀ ਸੰਸਦ 'ਚ ਕੰਮ ਨਹੀਂ ਹੋਣਾ, ਜੇ ਇੱਕ ਨਿੱਕੀ ਹਰ ਰੋਜ਼ ਇੱਕ ਗੱਲ ਦੇ ਉੱਤੇ ਸੰਸਦ ਰੁਕਣੀ ਹੈ, ਜਦਕਿ ਸੂਬਿਆਂ ਵਿੱਚ ਵੀ ਉਹੀ ਕੁਝ ਹੋ ਰਿਹਾ ਹੈ। ਇਹ ਨਹੀਂ ਹੈ ਕਿ ਬੀਜੇਪੀ ਦੇ ਰੂਲਡ ਸੂਬੇ ਜਿਹੜੇ ਨੇ ਉਹਨਾਂ 'ਚ ਕੋਈ ਘਟਾਲੇ ਨਹੀਂ ਹੋ ਰਹੇ। ਜੀ ਤੁਸੀਂ ਪੰਜਾਬ ਲੈ ਲਓ, ਤੁਸੀਂ ਕਰਨਾਟਕਾ 'ਚ ਹੋਏ ਉਹ ਲੈ ਲਓ, ਤੁਸੀਂ ਜਿੱਥੇ ਮਰਜ਼ੀ ਲੈ ਲਓ ਜਿੱਥੇ ਹੋਏ ਨੇ। ਇਹ ਨਹੀਂ ਕਿ ਇਹਨਾਂ ਦੇ ਆਪਸੀ ਝਗੜੇ ਨਹੀਂ ਹੈਗੇ। ਹੁਣ ਇਹਨਾਂ ਨੇ ਗੱਲ ਕਰੀ ਆ ਸਾਊਥ ਦੇ ਸਾਰੇ ਸੂਬਿਆਂ ਦੇ ਵਿੱਚ ਵੀ 70 ਤੋਂ 80% ਲੋਕ ਨੇ ਜਿਹੜੇ ਇਸ ਸਕੀਮ ਦੇ ਅੰਡਰ ਆ ਰਹੇ ਨੇ। ਜੇ ਇੰਨੇ ਸਾਲਾਂ ਤੋਂ ਮੱਧ ਪ੍ਰਦੇਸ਼ ਚੱਲ ਰਹੀ ਹੈ, ਹਿਮਾਚਲ 'ਚ ਇਹ ਸਕੀਮ ਚੱਲ ਰਹੀ ਹੈ, ਫਿਰ 70% ਲੋਕ ਆ ਜੇ ਵੀ ਇਸ ਸਕੀਮ 'ਚ ਕਿਉਂ ਆ ਰਹੇ ਨੇ? ਉਹਨਾਂ ਦਾ ਸੁਧਾਰ ਕਿਉਂ ਨਹੀਂ ਹੋਇਆ? ਇਹਦਾ ਮਤਲਬ ਇਹ ਸਕੀਮ 'ਚ ਲੂਪ ਹੋਲ ਨੇ, ਚਾਹੇ ਕੋਈ ਵੀ ਲਾਗੂ ਕਰਦਾ ਹੈ। ਸਿਰਫ ਇੱਕ ਨਾਮ ਦੇ ਨਾਲ ਇੱਕ ਆਪਣੀ ਈਗੋ ਸੈਟੀਸਫਾਈ ਕਰਨ ਵਾਸਤੇ ਜੋ ਮੈਂ ਕਹਿੰਦਾ ਉਹ ਕਰੋ, ਇਹਦੇ ਨਾਲ ਕਦੇ ਸੰਸਦ ਨਹੀਂ ਚੱਲਦੀ ਹੁੰਦੀ। ਇਹਨਾਂ ਕਦੇ ਕੋਈ ਫੈਸਲੇ ਨਹੀਂ ਹੁੰਦੇ। ਫੈਸਲਿਆਂ ਤੇ ਸਹਿਮਤੀ ਬਣਾਉਣੀ ਹੁੰਦੀ ਹੈ। ਇਹ ਬਿਲਕੁਲ ਮੈਂ ਤੁਹਾਡੇ ਨਾਲ ਮੁਤਫਿਕ ਹਾਂ ਵੀ ਜਿਹੜੇ 250 ਉੱਥੇ ਅਮੈਂਡਮੈਂਟਾਂ ਦਿੱਤੀਆਂ ਨੇ ਉਹ ਤਾਂ ਬਹਿਸ ਕਰੋ ਵੀ ਇਹ ਠੀਕ ਹੈ ਜਾਂ ਗਲਤ ਹੈ। ਇਹ ਬਿੱਲ ਪਾਸ ਹੋਣਾ ਚਾਹੀਦਾ, ਇਹ ਲੋਕਾਂ ਦੇ ਹੱਕ 'ਚ ਜਾਏਗਾ। ਪਰ ਇਹ ਕਿਉਂ ਨਹੀਂ ਪਾਸ ਹੁੰਦਾ, ਇਹ ਆਪੇ ਲੋਕ ਫਿਰ ਉਹਨੂੰ ਜਵਾਬ ਵੀ ਦੇਣਗੇ ਜਿਨ੍ਹਾਂ ਨੇ ਨਹੀਂ ਪਾਸ ਹੋਣ ਦੇਣਾ। ਜੀ ਰਾਜੀਵ, ਇੱਕ ਗੱਲ ਜਿਹੜੀ ਇਹਦੇ 'ਚੋਂ ਲੱਗਦੀ ਹੈ ਉਹ ਤਾਂ ਬਿਲਕੁਲ ਸਾਫ਼ ਹੈ ਕਿ ਕਾਂਗਰਸ ਨੂੰ ਲੱਗਦਾ ਕਿ ਇਹ ਬਿੱਲ ਹੁਣੀ ਪਾਸ ਹੋਣਾ ਚਾਹੀਦਾ, ਜਦੋਂ ਕਿ ਉਹਨੇ 5 ਸਾਲ ਪਹਿਲਾਂ ਵਾਅਦਾ ਕੀਤਾ ਸੀ। ਹੁਣ ਉਹਨਾਂ ਨੂੰ ਲੱਗਦਾ ਕਿ ਇਹਦਾ ਚੋਣਾਂ 'ਚ ਫਾਇਦਾ ਹੋਏਗਾ, ਤੇ ਭਾਜਪਾ ਨੂੰ ਇਹ ਲੱਗਦਾ ਕਿ ਉਹਨਾਂ ਨੂੰ ਚੋਣਾਂ ਦੇ ਵਿੱਚ ਨੁਕਸਾਨ ਹੋਏਗਾ। ਤੇ ਇਹਦਾ ਮਤਲਬ ਲੋਕਾਂ ਦੀ ਭੁੱਖ ਦੇ ਹਿਸਾਬ ਨਾਲ ਨਹੀਂ ਗੱਲ ਹੋ ਰਹੀ, ਉਹਨਾਂ ਦੀ ਆਪਣੀ ਸਿਆਸਤ ਦੇ ਹਿਸਾਬ ਨਾਲ ਗੱਲ ਹੋ ਰਹੀ ਹੈ। ਬਿਲਕੁਲ ਲੋਕਾਂ ਦੀ ਭੁੱਖ ਨਾਲ ਇਸ ਗੱਲ ਨਹੀਂ ਹੋ ਰਹੀ, ਰਾਦਰ ਹੋਰ ਉਲਟਾ ਹੋ ਰਿਹਾ ਕਿ ਜੇ ਬਿੱਲ ਆ ਗਿਆ, ਜਿਵੇਂ ਕਿ ਪਿਆਰ ਲਾਲ ਜੀ ਨੇ ਕਿਹਾ, ਇਹ ਥੋੜਾ ਬਹੁਤ ਲੋਕਾਂ ਨੂੰ ਸਮਰਥ ਕਰੇਗਾ, ਪਰ ਉਹਨਾਂ ਸਮਰਥ ਹੋਣ ਤੋਂ ਬਾਅਦ ਵੀ ਲੋਕ ਇਹਨਾਂ ਪਾਰਟੀਆਂ ਦੀ ਜਿਹੜੀ ਕਾਰਗੁਜ਼ਾਰੀਆਂ ਨੇ ਉਹਨੂੰ ਵੇਖਣ ਦੇ ਵਿੱਚ ਸਮਰਥ ਹੋਣਗੇ, ਉਹਨਾਂ ਨੂੰ ਸਵਾਲ ਕਰਨ ਦੇ ਵਿੱਚ ਸਮਰਥ ਹੋਣਗੇ। ਇਹਦਾ ਜਿਹੜਾ ਸ਼ਡਿਊਲ ਦਿੱਤਾ ਗਿਆ ਹੈ 3 ਸ਼ਡਿਊਲ, ਉਹਦੇ ਜਿਹੜੀ ਗੱਲਾਂ ਨੇ ਕਿ ਇਹਨੂੰ ਫਰਦਰ ਐਡਵਾਂਸ ਕਿਵੇਂ ਕਰਨਾ ਹੈ, ਜਿਹਦੇ ਵਾਸਤੇ ਤੁਸੀਂ ਐਗਰੀਰੀਅਨ ਰਿਫਾਰਮਸ ਵੀ ਕਰਨੇ ਨੇ। ਜਦੋਂ ਇਹ ਲਾਗੂ ਹੋਏਗਾ ਤਾਂ ਤੁਹਾਨੂੰ ਉਧਰ ਵੀ ਜਾਣਾ ਪਏਗਾ। ਜਿਹੜਾ ਸੋਸ਼ਲ ਆਡਿਟਿੰਗ ਹੈ ਉਹ ਇੱਕ ਆਰਗੂਮੈਂਟ ਨੂੰ ਜਨਮ ਦਿੰਦੀ ਹੈ, ਇੱਕ ਨਈ ਰਾਜਨੀਤੀ ਨੂੰ ਜਨਮ ਦਿੰਦੀ ਹੈ। ਇਸ ਬਿੱਲ ਤੋਂ ਜਿਹੜੀ ਰਾਜਨੀਤੀ ਨੇ ਜਨਮ ਲੈਣਾ ਹੈ ਉਸ ਤੋਂ ਦੋਵੇਂ ਪਾਰਟੀਆਂ ਡਰੀਆਂ ਹੋਈਆਂ ਨੇ। ਕਾਂਗਰਸ ਨੇ ਲਗਾਤਾਰ ਇਹਨੂੰ ਡਿਲੇ ਕੀਤਾ, ਹੁਣ ਲੈ ਕੇ ਆਉਣ ਦੀ ਗੱਲ ਕਰ ਰਹੀ ਹੈ। ਉਹਨੂੰ ਦਿਸਦਾ ਹੈ ਕਿ ਫਾਇਦਾ ਹੋਏਗਾ। ਤੇ ਸਭ ਤੋਂ ਸੁੰਦਰ ਤੇ ਖਤਰਨਾਕ ਗੱਲ ਵੀ ਹੈ ਕਿ ਜਿਹੜੀ ਚੀਜ਼ ਤੋਂ ਰਾਜਨੀਤਿਕ ਪਾਰਟੀ ਨੂੰ ਦਿਸਦਾ ਹੈ ਕਿ ਪਾਸ ਕਰਾ ਕੇ ਸਾਨੂੰ ਫਾਇਦਾ ਹੋਏਗਾ, ਇਹਦਾ ਮਤਲਬ ਪਾਰਟੀ ਨੂੰ ਲੱਗਦਾ ਹੈ ਕਿ ਸਾਡੇ ਲੋਕਾਂ ਦੇ ਹਿੱਤ 'ਚ ਤਾਂ ਹੀ ਲੋਕ ਵੋਟ ਪਾਣਗੇ। ਇਹ ਬੀਜੇਪੀ ਨੂੰ ਵੀ ਲੱਗਦਾ ਹੈ। ਜਦੋਂ ਲੋਕਾਂ ਦੇ ਹਿੱਤ ਦੇ ਵਿੱਚ ਹੈ ਉਸ ਤੋਂ ਬਾਅਦ ਤਾਂ ਇਹਨਾਂ ਪਾਰਟੀਆਂ ਨੂੰ ਬਾਕੀ ਸਾਰੇ ਰੋਲੇ ਪਾ ਲੈਣ, ਫਿਰ ਵੀ ਤੈਅ ਕਰ ਲੈਣ ਕਿ ਅਸੀਂ ਹੁਣ 2 ਦਿਨ ਓਵਰ ਟਾਈਮ ਕੰਮ ਕਰਾਂਗੇ, 3 ਘੰਟੇ 4 ਘੰਟੇ ਹੋਰ ਬੈਠਾਂਗੇ ਤੇ ਸਾਰੀ ਅਮੈਂਡਮੈਂਟ ਤੇ ਇੱਕ ਤੇ ਗੱਲ ਕਰਾਂਗੇ। ਰੋਜ਼ 2 ਘੰਟੇ ਐਸੇ ਬਿੱਲ ਤੇ ਚਰਚਾ ਹੋਏਗੀ, ਜਨ ਲੋਕਪਾਲ ਬਿੱਲ ਤੇ ਚਰਚਾ ਹੋਏਗੀ, ਫਲਾਣੇ ਬਿੱਲ ਤੇ ਚਰਚਾ ਹੋਏਗੀ। ਜਿਹਨੂੰ ਸਾਰਾ ਦੇਸ਼ ਵੇਖ ਰਿਹਾ ਉਹਨਾਂ ਵਾਸਤੇ ਤੁਸੀਂ ਸਾਰੇ ਰੋਲਿਆਂ ਤੋਂ ਬਾਅਦ ਵੀ ਇਹ ਕਰਨਾ ਜ਼ਰੂਰੀ ਹੈ। ਇਹ ਜੇ ਨਹੀਂ ਕਰਦੇ ਤੇ ਬਹਾਨੇਬਾਜ਼ੀ ਹੈ, ਉਹ ਮੌਕੇ ਦਿੰਦੇ ਨੇ, ਇਹ ਉਹਨੂੰ ਪੂਰਾ ਕਰਦੇ ਨੇ। ਦੋਵੇਂ ਮਿਲ ਕੇ ਖੇਡ ਰਹੇ ਨੇ। ਜੇ ਕਾਂਗਰਸ ਦੀ ਸਾਜ਼ਿਸ਼ ਹੈ ਕਿ ਤੇਲੰਗਾਨਾ ਲੈ ਆਂਦੀ ਹੈ ਤੇ ਉਹ ਸਾਜ਼ਿਸ਼ ਦਾ ਸ਼ਿਕਾਰ ਇਹ ਕਿਉਂ ਹੁੰਦੇ ਨੇ ਕਿ ਉਸੇ ਤੇ ਵਾਰ-ਵਾਰ ਉਲਝਦੇ ਨੇ। ਜਦੋਂ ਉਹਨਾਂ ਨੂੰ ਪਤਾ ਹੈ ਸਾਜ਼ਿਸ਼ ਹੈ, ਫਿਰ ਉਹਦਾ ਸਾਜ਼ਿਸ਼ ਦਾ ਸ਼ਿਕਾਰ ਹੋਣ ਦਾ ਮਤਲਬ ਹੈ ਲੋਕਾਂ ਦੇ ਖਿਲਾਫ ਇਹਨਾਂ ਰਾਜਨੀਤਿਕ ਪਾਰਟੀਆਂ ਦੀ ਸਾਂਝੀ ਸਾਜ਼ਿਸ਼ ਹੈ। ਇਹ ਦੋਵੇਂ ਪਾਰਟੀਆਂ, ਖਾਸ ਤੌਰ ਤੇ ਦੋਵੇਂ ਪਾਰਟੀਆਂ ਦੀ ਮੈਂ ਗੱਲ ਕਰ ਰਿਹਾ ਕਿਉਂਕਿ ਵੱਡੀ ਪਾਰਟੀਆਂ ਨੇ, ਬਾਕੀ ਇਹੀ ਟੈਂਡੈਂਸੀ ਬਾਕੀ ਪਾਰਟੀਆਂ ਦੇ ਵਿੱਚ ਵੀ ਦਿਸਦੀ ਹੈ। ਉਹ ਇਹਨਾਂ ਦੀ ਸਾਜ਼ਿਸ਼ ਹੈ ਕਿ ਲੋਕਾਂ ਨੂੰ ਕਿਵੇਂ ਕਮਜ਼ੋਰ ਰੱਖਿਆ ਜਾਵੇ। ਜਦੋਂ ਉਹ ਗਰੀਬ ਰਹਿਣਗੇ, ਜਦੋਂ ਉਹਨਾਂ ਦੀ ਮੈਲਨਿਊਟ੍ਰੀਸ਼ਨ ਹੋਏਗੀ ਤੇ ਉਹ ਆਪਦੀ ਗੱਲ ਕਹਿਣ ਦੇ ਵਿੱਚ ਸક્ષਮ ਨਹੀਂ ਗੇ। ਜਿੱਦਣ ਉਹ ਬੋਲੇ ਉਦੋਂ ਇਹਨਾਂ ਦੀ ਸੱਤਾ ਲੱਕੜ ਆਏਗੀ। ਕਟਾਰੀਆ ਜੀ, ਤੁਸੀਂ ਕਿਹਾ ਕਿ ਵੀ ਸਾਡੇ ਆਗੂ ਨੇ ਬਹੁਤ ਦੇਰ ਪਹਿਲਾਂ ਗੱਲ ਕਹੀ ਸੀ। ਤੁਸੀਂ ਬਾਬੇ ਰਵਿਦਾਸ ਦੀ ਗੱਲ ਦੇ ਹਵਾਲੇ ਨਾਲ ਕਿਹਾ ਕਿ ਇਹ ਤੇ ਗੱਲ 634 ਸਾਲ ਪਹਿਲਾਂ ਹੋ ਗਈ ਸੀ। ਜਦੋਂ 634 ਸਾਲ ਪਹਿਲਾਂ ਹੋ ਗਈ ਸੀ ਇਹ ਗੱਲ, ਇਹ ਤੇ ਸਾਡੀ ਯਾਦਾਸ਼ਤ ਸੀ, ਸਾਡੀ ਸਮਝ ਦੇ ਵਿੱਚ ਸੀ। ਪਰ ਪਿਛਲੇ 65 ਸਾਲਾਂ ਤੋਂ ਬਾਅਦ ਜੇ ਸਾਨੂੰ ਅੱਜ ਇਸ ਕਾਨੂੰਨ ਦੀ ਲੋੜ ਪਈ ਹੈ ਤੇ ਇਹ ਸਾਡੀ ਨਾਕਾਮਯਾਬੀ ਦੀ ਵੀ ਨੁਮਾਇੰਦਗੀ ਕਰਦਾ ਹੈ ਤੇ ਇਹ ਸਾਡੀ ਬੇਈਮਾਨੀ ਦੀ ਵੀ ਨੁਮਾਇੰਦਗੀ ਕਰਦਾ ਹੈ। ਤੇ ਉਸ ਤੋਂ ਬਾਅਦ ਜਿਸ ਰੂਪ ਦੇ ਵਿੱਚ ਅਸੀਂ ਇਹ ਗੱਲ ਕਰ ਰਹੇ ਹਾਂ, ਜੋ ਤੇਲੰਗਾਨਾ ਲੈ ਕੇ ਆਉਂਦੇ ਨੇ, ਤੁਸੀਂ ਉਸੇ ਵੇਲੇ ਜਾ ਕੇ ਕੋਇਲੇ ਕਪੜੇ ਦੀਆਂ ਲੈ ਕੇ ਆਉਂਦੇ, ਜਦੋਂ ਕਿ ਤੁਸੀਂ ਪਿਛਲੇ 6 ਮਹੀਨੇ 'ਚ ਜਦੋਂ ਅਸੈਂਬਲੀ ਨਹੀਂ ਚੱਲ ਰਹੀ ਸੀ ਉਦੋਂ ਇਸ ਮਸਲੇ ਦੀ ਗੱਲ ਨਹੀਂ ਕਰ ਰਹੇ ਸੀ। ਹਾਂਜੀ, ਹੁਣ ਤੁਸੀਂ ਕਹੋ। ਤੁਸੀਂ ਸਾਰੀਆਂ ਗੱਲਾਂ ਛੱਡੋ ਜੀ, ਮੈਂ ਤੁਹਾਡਾ ਧਿਆਨ ਇਹ ਗੱਲ ਦੀ ਤਰਫ ਲੈਣਾ ਚਾਹੁੰਦਾ ਹੈਗਾ ਜੀ, ਕਿ ਸਾਡੇ ਦੇਸ਼ ਵਿੱਚ 58,000 ਕਰੋੜ ਰੁਪਏ ਦਾ ਅਨਾਜ ਸੜ ਰਿਹਾ ਹੈਗਾ। ਜੀ, ਸੁਪਰੀਮ ਕੋਰਟ ਕਹਿੰਦੀ ਹੈਗੀ ਕਿ ਇਹ ਜਿਹੜਾ ਅਨਾਜ ਸੜ ਰਿਹਾ ਹੈਗਾ ਇਹ ਗਰੀਬਾਂ ਵਿੱਚ ਤੁਸੀਂ ਵੰਡ ਦਿਓ ਸੜਨ ਤੋਂ ਪਹਿਲਾਂ, ਜੀ, ਤਾਂ ਕਿ ਉਹਨਾਂ ਦਾ ਪੇਟ ਭਰ ਜਾਵੇ। ਜੀ, ਤੁਸੀਂ ਦੇਖੋ ਇੰਟੈਂਸ਼ਨ ਜੀ, ਸੱਤਾਰੂੜ ਪਾਰਟੀ ਦੀ, ਜੀ, ਕਾਂਗਰਸ ਦੀ। ਜੀ, ਸੋਨੀਆ ਕਹਿੰਦੀ ਹੈਗੀ ਨੋ, ਇਹ ਫ੍ਰੀ ਨਹੀਂ ਵੰਡ ਸਕਦੇ। ਜੀ, ਪ੍ਰਾਈਮ ਮਿਨਿਸਟਰ ਕਹਿੰਦਾ ਹੈਗਾ ਡਾਕਟਰ ਮਨਮੋਹਨ ਸਿੰਘ ਜੀ ਜੀ, ਕਿ ਇਹ ਅਸੀਂ ਫ੍ਰੀ ਨਹੀਂ ਵੰਡ ਸਕਦੇ। ਤੇ ਹੁਣ ਜਦ ਰੰਗ ਦਿਆ ਬੁੱਤੋਂ ਨੇ ਤਾਂ ਖੁਦਾ ਯਾਦ ਆਇਆ। ਜਦੋਂ
ਉਹ ਮੌਕਾ ਆਇਆ ਸੀ ਜਦੋਂ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਇਸ ਅੰਨ ਨੂੰ ਖਰਾਬ ਨਾ ਹੋਣ ਦਿਓ, ਹਾਂ। ਜੇ ਇਹ ਖਰਾਬ ਹੋ ਰਿਹਾ ਤੇ ਗਰੀਬਾਂ ਦੇ ਵਿੱਚ ਵੰਡ ਦਿਓ ਹਾਂ, ਵੰਡ ਜਾਂ ਦਿਓ। ਸਸਤਾ ਦੇ ਦਿਓ। ਹਾਂ। ਤੇ ਵਾਪਸ ਇਹ ਕਿਹਾ ਗਿਆ ਕਿ ਇਹ ਜਿਹੜਾ ਕੰਮ ਹੈ ਇਹ ਅਦਾਲਤ ਦਾ ਨਹੀਂ ਹੈਗਾ, ਇਹ ਜਿਹੜਾ ਵਿਧਾਨ ਪਾਲਿਕਾ ਦਾ ਕੰਮ ਹੈ। ਹਾਂ। ਤੁਹਾਡੀ ਪਾਰਟੀ ਵੀ ਵਿਧਾਨ ਪਾਲਿਕਾ ਦੀ ਘੱਟੋ ਘੱਟ 1/3 ਦੀ ਤਾਂ ਹਿੱਸੇਦਾਰ ਹੈ ਨਾ। ਤੁਸੀਂ ਉਦੋਂ ਖੜੇ ਹੋ ਕੇ ਇਹ ਨਹੀਂ ਕਿਹਾ ਕਿ ਅਸੀਂ ਇਸ ਦੇ ਨਾਲ ਆ ਅਦਾਲਤ ਦੇ ਫੈਸਲੇ ਨਾਲ, ਤੁਹਾਡੀ ਪਾਰਟੀ ਨੇ ਨਹੀਂ ਕਿਹਾ। ਅਸੀਂ ਕਿਹਾ ਸੰਸਦ ਕਿਉਂ ਨਹੀਂ ਰੋਕੀ? ਅਸੀਂ ਕਿਹਾ ਹੈਗਾ ਜੀ। ਕਿ ਅਸੀਂ ਸੁਪਰੀਮ ਕੋਰਟ ਦੇ ਫੈਸਲੇ ਦੇ ਨਾਲ ਹੈਗੇ, ਜੀ। ਅਸੀਂ ਉਸ ਦਾ ਸਮਰਥਨ ਕਰਦੇ ਹੈਗੇ ਤੇ ਅੱਜ ਵੀ ਮੈਂ ਇਹ ਕਹਿ ਰਿਹਾ ਹੈਗਾ, ਜੀ। ਅੱਜ ਵੀ ਮੈਂ ਇਹ ਕਹਿ ਰਿਹਾ ਕਿਉਂਕਿ ਹੈਗਾ, ਰਾਜੀਵ ਨੇ ਉਹ ਮੁੱਦਾ ਅਧਿਐਨ ਕੀਤਾ ਸੀ। ਰਾਜੀਵ ਦੱਸਣਗੇ। ਰਾਜੀਵ ਦੱਸਿਓ। ਅੱਜ ਵੀ ਮੈਂ ਇਹ ਕਹਿ ਰਿਹਾ ਹੈਗਾ ਜੀ। ਕਿ ਅਸੀਂ ਚਾਹੁੰਦੇ ਹੈਗੇ ਕਿ ਫੂਡ ਸਿਕਿਉਰਿਟੀ ਬਿੱਲ ਪਾਸ ਹੋਵੇ, ਇਸ ਦੇ ਉੱਤੇ ਬਹਿਸ ਹੋਵੇ, ਲੇਕਿਨ ਸੱਤਾਰੂੜ ਦਲ ਜਿਹੜਾ ਹੈਗਾ ਬਹੁਮਤ ਜਿਤਾਉਣ ਦੀ ਦੇਖੋ ਜ਼ਿੰਮੇਵਾਰੀ ਉਸ ਦੀ ਹੈਗੀ। ਸਾਰੀਆਂ ਪਾਰਟੀਆਂ ਇਹ ਬਾਰ-ਬਾਰ ਕਹਿੰਦੀਆਂ ਨੇ ਜਦੋਂ ਵੀ ਮੌਕਾ ਮਿਲਦਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਮੁਲਕ ਦੇ ਵਿੱਚ ਗਰੀਬੀ ਨਾ ਰਹੇ, ਅਸੀਂ ਚਾਹੁੰਦੇ ਹਾਂ ਸਾਡੇ ਮੁਲਕ 'ਚ ਅਨਪੜ੍ਹਤਾ ਨਾ ਰਹੇ, ਅਸੀਂ ਚਾਹੁੰਦੇ ਹਾਂ ਕਿ ਸਾਡੇ ਮੁਲਕ ਦੇ ਵਿੱਚ ਬਿਮਾਰੀਆਂ ਨਾ ਰਹਿਣ। ਜੇ ਸਾਰੀਆਂ ਚਾਹੁੰਦੀਆਂ ਨੇ ਤੇ ਨਾਲ ਦੀ ਨਾਲ ਇਹ ਸਾਰੀਆਂ ਚੀਜ਼ਾਂ ਹੈਗੀਆਂ ਤੇ ਕਿਤੇ ਸੋਚਣ ਦੀ ਲੋੜ ਦੇਖੋ ਤਾਂ ਮਾਇਆ ਹੈਗੀ ਹੈ। ਮੁਲਾਇਮ ਨੂੰ ਮਨਾਉਣ ਦੀ ਸਾਡੀ ਜ਼ਿੰਮੇਵਾਰੀ ਨਹੀਂ ਹੈਗੀ। ਜੀ ਸਾਡੀ ਜ਼ਿੰਮੇਵਾਰੀ ਨਹੀਂ ਹੈਗੀ। ਰਾਜੀ ਇਹ ਨਾ ਲਫਾਜ਼ੀ DMK ਦੇ ਨਾਲ ਕਟਾਰੀਆ ਜਿਵੇਂ ਸਾਹਿਬ ਜਿਸ ਲਫਾਜ਼ੀ ਦਾ ਇਸਤੇਮਾਲ ਬਾਰ-ਬਾਰ ਕਰ ਰਹੇ ਨੇ, ਉਹ ਮੁਲਾਇਮ ਹੋਏ ਮਾਇਆ ਹੋਵੇ ਜੋ ਵੀ ਹੋਏ, ਇਹਨਾਂ ਨੇ ਕਿਹਾ ਸੁਪਰੀਮ ਕੋਰਟ ਨੇ ਕਿਹਾ ਸੀ। ਸੁਪਰੀਮ ਕੋਰਟ ਨੇ ਕਿਹਾ, ਹੋ ਸਕਦਾ ਉਸ ਦਾ ਦਬਾਅ ਸਰਕਾਰ ਤੇ ਬਣਿਆ। ਅੱਜ ਇੱਕ ਬਿੱਲ ਸਾਡੇ ਕੋਲ ਹੈ ਜਿਹੜਾ ਸਸਤਾ ਅਨਾਜ ਦੇਣ ਦੀ ਗੱਲ ਕਰਦਾ ਹੈ। ਇਹਨਾਂ ਨੇ ਉਦੋਂ ਸੁਪਰੀਮ ਕੋਰਟ ਦੀ ਗੱਲ ਨੂੰ ਐਜ਼ ਇਟ ਇਜ਼ ਲਾਗੂ ਕੀਤਾ ਜਾਵੇ, ਦੇਸ਼ ਦੀ ਪਾਰਲੀਮੈਂਟ ਕੁਛ ਨਾ ਕਰੇ, ਦੇਸ਼ ਦੀ ਐਗਜ਼ੈਕਟਿਵ ਕੁਛ ਨਾ ਕਰੇ। ਇਹ ਵਿਚਾਰ ਕਦੋਂ ਬੀਜੇਪੀ ਦਾ ਬਣ ਗਿਆ ਮੈਨੂੰ ਪਤਾ ਨਹੀਂ, ਪਰ ਇਹਨਾਂ ਨੇ ਵੀ ਕਦੇ ਇਹ ਨਹੀਂ ਕਿਹਾ ਕਿ ਉਸ ਆਰਡਰ ਨੂੰ ਐਜ਼ ਇਟ ਇਜ਼ ਲਾਗੂ ਕਰ ਦਿੱਤਾ ਜਾਵੇ। ਜੇ ਉਸ ਆਰਡਰ ਨੂੰ ਵੀ ਲਾਗੂ ਕਰਨਾ ਸੀ ਫਿਰ ਵੀ ਇੱਕ ਮੈਕੈਨਿਜ਼ਮ ਬਣਾਉਣਾ ਸੀ। ਹੁਣ ਉਸ ਮੈਕੈਨਿਜ਼ਮ ਦੇ ਤੌਰ ਤੇ ਇੱਕ ਖਰੜਾ ਸਾਡੇ ਕੋਲ ਹੈ ਜਿਹਦੀ ਚਰਚਾ ਹੋਣੀ ਹੈ। ਪਾਰਲੀਮੈਂਟ ਦੇ ਵਿੱਚ ਲਗਾਤਾਰ ਬੀਜੇਪੀ ਚਰਚਾ ਨਹੀਂ ਕਰ ਰਹੀ ਹੈ। ਇਹਦੇ ਬਾਅਦ ਇਹ ਕਹਿਣਾ ਕਿ ਅਸੀਂ ਤਾਂ ਗਰੀਬਾਂ ਵਾਸਤੇ ਚਾਹੁੰਦੇ ਆ, ਮੈਂ ਵੀ ਚਾਹਨਾ ਦੇਸ਼ ਸੋਨੇ ਦੀ ਚਿੜੀਆ ਬਣ ਜਾਵੇ। ਮੇਰੇ ਸਿਰਫ ਚਾਹਣ ਤੋਂ ਨਹੀਂ ਹੁੰਦਾ ਨਾ, ਮੈਨੂੰ ਕੁਝ ਦਰਾਤਲ ਤੇ ਕੁਝ ਕਰਨਾ ਪਏਗਾ। ਜਦੋਂ ਕੋਈ ਮੈਕੈਨਿਜ਼ਮ ਬਣਨਾ ਹੈ, ਕੋਈ ਕਾਨੂੰਨ ਬਣਨਾ ਹੈ, ਉਦੋਂ ਅਸੀਂ ਗੱਲ ਨਹੀਂ ਕਰਾਂਗੇ, ਉਦੋਂ ਅਸੀਂ ਸ਼ੋਰ ਕਰਾਂਗੇ। ਅਸੀਂ ਤੁਹਾਡੀ ਗੱਲ ਬਿਲਕੁਲ ਸਪਸ਼ਟ ਹੋ ਗਈ। ਗਰਗ ਸਾਹਿਬ, ਪ੍ਰੋਗਰਾਮ ਬਿਲਕੁਲ ਟਾਈਮ ਖਤਮ ਹੋ ਗਿਆ, ਤੁਸੀਂ ਦੋ ਫਿਕਰਿਆਂ 'ਚ ਆਪਣੀ ਗੱਲ ਕਰੋ। ਬਸ ਮੈਂ ਤਾਂ ਇੱਕ ਗੱਲ ਕਹਾਂਗਾ ਵੀ ਇਸ ਬਿੱਲ 'ਚ ਦੋ ਗੱਲਾਂ ਹੋਰ ਪੋਜ਼ਿਟਿਵ ਨੇ ਕਿ ਔਰਤਾਂ ਜਿਹੜੀਆਂ ਪ੍ਰੈਗਨੈਂਟ ਔਰਤਾਂ ਨੇ ਉਹਨਾਂ ਨੂੰ ਪੂਰਾ 1 ਸਾਲ ਦਾ ਭੋਜਨ ਮਿਲੇਗਾ, ਇੱਕ ਰੰਗ ਦਾ। ਇਦਾਂ ਹੀ ਬੱਚਿਆਂ ਵਾਸਤੇ 1 ਸਾਲ ਤੱਕ ਭੋਜਨ ਮਿਲੇਗਾ। ਸੋ ਔਰਤਾਂ ਤੇ ਬੱਚਿਆਂ ਦਾ ਕੁਪੋਸ਼ਣ ਦੂਰ ਕਰਨ ਵਾਸਤੇ ਇੱਕ ਬਹੁਤ ਤਕੜਾ ਬਿੱਲ ਹੈ। ਤੇ ਜੇ ਇਹਨਾਂ ਨੇ ਪੁਰਾਣੀਆਂ ਗੱਲਾਂ, ਪੁਰਾਣੇ ਖਰੜੇ ਲਿਆ ਕੇ ਇਹਨੂੰ ਰੋਕਣਾ ਹੈ ਤਾਂ ਇਹ ਮਾੜੀ ਗੱਲ ਹੈ, ਜਿਹੜੀ ਵੀ ਪਾਰਟੀ ਇਹਨੂੰ ਰੋਕਦੀ ਹੈ। ਜੀ, ਤੁਸੀਂ ਸਾਰੇ ਅੱਜ ਦੀ ਹਾਂਜੀ ਵੂਮਨ ਇੰਪਾਵਰਮੈਂਟ ਵਾਸਤੇ ਇਹਦੇ ਵਿੱਚ ਫੈਮਿਲੀ ਦਾ ਹੈਡ ਵੀ 18 ਸਾਲ ਤੋਂ ਜਿਹੜੀ ਵੂਮਨ ਵੱਡੀ ਹੋਏਗੀ ਉਹਨੂੰ ਮੰਨਿਆ ਗਿਆ ਹੈ। ਜੀ, ਤੁਸੀਂ ਸਾਰੇ ਅੱਜ ਦੀ ਚਰਚਾ ਸ਼ਾਮਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਮਾਹਰ ਅਰਥਸ਼ਾਸਤਰੀਆਂ ਦੇ ਦੌਰ ਵਿੱਚ ਸਾਡੇ ਮੁਲਕ ਦਾ ਮਨੁੱਖੀ ਵਿਕਾਸ ਵਿੱਚ 134ਵਾਂ ਥਾਂ ਹੈ। ਹੁਣ ਸਰਕਾਰ ਖੁਰਾਕ ਸੁਰੱਖਿਆ ਬਿੱਲ ਦੇ ਖਰੜੇ ਰਾਹੀਂ ਪ੍ਰਵਾਨ ਕਰ ਚੁੱਕੀ ਹੈ ਕਿ 2/3 ਆਬਾਦੀ ਆਪਣੀ 2 ਡੰਗ ਦੀ ਖੁਰਾਕ ਦਾ ਬੰਦੋਬਸਤ ਕਰਨ ਵਿੱਚ ਨਾਕਾਮਯਾਬ ਹੈ। ਅਜਿਹੇ ਆંકੜੇ ਸਰਕਾਰ ਘਟਾ ਕੇ ਹੀ ਪੇਸ਼ ਕਰਦੀ ਹੁੰਦੀ ਹੈ। ਅਸਲ ਹਾਲਤ ਇਸ ਤੋਂ ਵੀ ਬਦਤਰ ਹੋ ਸਕਦੀ ਹੈ। ਖੁਰਾਕ ਸੁਰੱਖਿਆ ਬਿੱਲ ਨਾਲ ਅੰਨ ਸੁਰੱਖਿਆ ਯਕੀਨੀ ਬਣੇਗੀ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਸਿਆਸੀ ਪਾਰਟੀਆਂ ਦੀ ਸੰਜੀਦਗੀ ਸਵਾਲਾਂ ਦੇ ਘੇਰੇ ਵਿੱਚ ਹੈ। ਭੁੱਖੇ ਢਿੱਡ ਨੂੰ ਅੰਨ ਮੁਹੱਈਆ ਕਰਨ ਦਾ ਸਮਾਂ ਅਤੇ ਸਥਾਨ ਸਿਆਸਤ ਦੇ ਲਿਹਾਜ਼ ਨਾਲ ਤੈਅ ਹੋ ਰਿਹਾ ਹੈ। ਨਮਸਕਾਰ, ਸਤਿ ਸ੍ਰੀ ਅਕਾਲ, ਖੁਦਾ ਹਾਫਿਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।